वाहिगुरु जी। एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह। गुरु प्यारिओ, ਆਪਾਂ ਪਿਛਲੇ ਕੁਝ ਸਮੇਂ ਤੋਂ ਜਪਜੀ ਸਾਹਿਬ ਦੀ ਰਲ ਮਿਲ ਕੇ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਹੁਣ ਤੱਕ ਅਸੀਂ 33 ਪੌੜੀਆਂ ਦੇ ਵਿਚਾਰ ਖਤਮ ਕਰ ਚੁੱਕੇ ਹਾਂ ਤੇ ਅੱਜ 34ਵੀਂ ਪੌੜੀ ਦੀ ਵਿਚਾਰ ਆਪਾਂ ਕਰਨੀ ਹੈ। ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਇੱਕ ਵਾਰ ਪਾਠ ਕਰ ਲਈਏ ਜੀ। ਰਾਤੀ ਰੁੱਤੀ ਥਿੱਤੀ ਵਾਰ पवन पानी अग्नि पाताल तिस विच थाप रखी धरती थाप रखी धर्मशाल तिस विच जी जुगत के रंग तिनके नाम अनेक अनंत करमी करमी होए विचार सच्चा आप सच्चा दरबार तिथै सोहन पंच परवान नदरी कर्म पवै निशान कच पकाई ओथै पाए नानक गया जापै जाए। ਜਿਵੇਂ ਪਿਛਲੀਆਂ ਪੌੜੀਆਂ ਦੇ ਵਿਚਾਰ ਕਰਦੇ ਹੋਏ ਆਪਾਂ ਗੱਲ ਕੀਤੀ ਸੀ ਕਿ ਪਿੱਛੇ ਸਤਿਗੁਰੂ ਜੀ ਨੇ ਇੱਕ ਸਾਨੂੰ ਹਿੰਟ ਦਿੱਤਾ ਸੀ, ਇਸ਼ਾਰਾ ਕੀਤਾ ਸੀ ਕਿ ਉਸ ਪਤੀ ਪ੍ਰਭੂ ਤੱਕ ਪਹੁੰਚਣ ਦਾ ਜੋ ਰਸਤਾ ਹੈ ਉਸ ਨੂੰ ਉਹਨਾਂ ਨੇ ਪਤੀ ਪਤ ਪੌੜੀਆਂ, ਪਤੀ ਤੱਕ ਲੈ ਜਾਣ ਵਾਲੀਆਂ ਪੌੜੀਆਂ ਦੀ ਗੱਲ ਉਹਦੇ ਵਿੱਚ ਕੀਤੀ ਸੀ। ਇਹ ਤਰ੍ਹਾਂ ਪਤ ਪੌੜੀਆਂ ਚੜ੍ਹੀਆਂ ਹੋਏ 21। ਉੱਥੇ ਸਤਿਗੁਰੂ ਜੀ ਨੇ ਪੌੜੀਆਂ ਦਾ ਜੋ ਸ਼ਬਦ ਵਰਤਿਆ ਸੀ ਉਹ ਜੋ ਬਾਣੀ ਦੇ ਵਿੱਚ ਅੱਗੇ ਵਿਚਾਰ ਆ ਰਹੀ ਹੈ ਉਹਦੇ ਵੱਲ ਇੱਕ ਇਸ਼ਾਰਾ ਸੀ ਸਤਿਗੁਰਾਂ ਦਾ। ਕਿਉਂਕਿ ਹੁਣ ਸਤਿਗੁਰੂ ਜੀ ਜੋ ਵਿਚਾਰ ਸ਼ੁਰੂ ਕਰ ਰਹੇ ਹਨ ਉਹ ਪੌੜੀਆਂ ਦੀ, ਜਿਨ੍ਹਾਂ ਨੂੰ ਇੱਥੇ ਖੰਡਾਂ ਦਾ ਨਾਮ ਦਿੱਤਾ ਗਿਆ ਹੈ। 5 ਖੰਡ ਸਤਿਗੁਰੂ ਜੀ ਨੇ ਇਸ ਬਾਣੀ ਦੇ ਵਿੱਚ ਡਿਸਕ੍ਰਾਈਬ ਕੀਤੇ ਹਨ। ਤਾਂ ਉਹਨਾਂ ਦੀ ਵਿਚਾਰ ਇੱਥੋਂ ਸ਼ੁਰੂ ਹੋ ਰਹੀ ਹੈ, ਇਸ ਪੌੜੀ ਤੋਂ। ਤੋ ਆਓ ਆਪਾਂ ਸਭ ਤੋਂ ਪਹਿਲਾਂ ਇਸ ਪੌੜੀ ਦੀ ਇੱਕ ਵਾਰ ਵਿਚਾਰ ਕਰ ਲਈਏ ਕਿ ਸਤਿਗੁਰੂ ਜੀ ਇਹਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਰਾਤੀ ਦਾ ਭਾਵ ਹੈ ਰਾਤਾਂ, ਰੁੱਤੀ ਭਾਵ ਰੁੱਤਾਂ, ਥਿੱਤੀ ਥਿੱਤਾਂ ਅਤੇ ਵਾਰ ਜਿਹੜੇ ਅਸੀਂ ਦਿਹਾੜੇ ਗਿਣਦੇ ਹਾਂ, ਦਿਨਾਂ ਦੇ ਨਾਮ ਰੱਖੇ ਹੋਏ ਹਨ, ਉਹਨਾਂ ਨੂੰ ਵਾਰ ਕਿਹਾ ਜਾਂਦਾ ਹੈ। ਪਵਨ ਇੱਥੇ ਇਹ ਪਲੂਰਲ ਦੇ ਵਿੱਚ ਹੈ। ਤੋ ਜਿਸ ਕਿਸਮ ਦੀ ਵੀ ਹਵਾ ਆਪਾਂ ਕਹੀਏ, ਹਰ ਕਿਸਮ ਦੀ ਜੋ ਹਵਾ ਚੱਲ ਰਹੀ ਹੈ ਇੱਥੇ, ਹਵਾ ਦੀ ਮੌਜੂਦਗੀ ਹੈ। ਪਾਣੀ, ਅਗਨੀ ਤੇ ਪਾਤਾਲ। ਪਾਤਾਲ ਦਾ ਅਰਥ ਵੀ ਹੈ ਜਿਹੜੇ ਸਾਰੇ ਪਾਤਾਲ ਹਨ, ਭਾਵ ਇਸ ਧਰਤੀ ਦਾ, ਜਿਹਨੂੰ ਅਸੀਂ ਮਾਤ ਲੋਕ ਕਹਿੰਦੇ ਹਾਂ, ਉਸ ਤੋਂ ਇਲਾਵਾ ਜਿੰਨੇ ਵੀ ਹੋਰ ਲੋਕ ਮੰਨੇ ਜਾ ਸਕਦੇ ਹਨ, ਇਹ ਪਲੂਰਲ ਦੇ ਵਿੱਚ ਯੂਜ਼ ਕੀਤਾ ਗਿਆ ਹੈ। ਤੋ ਰਾਤਾਂ ਰੁੱਤਾਂ ਥਿੱਤਾਂ ਵਾਰਾਂ, ਹਰ ਕਿਸਮ ਦੀ ਪਵਨ ਹਵਾ, ਪਾਣੀ, ਅਗਨੀ ਤੇ ਪਾਤਾਲ। ਇੱਥੇ ਸਤਿਗੁਰਾਂ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ। ਇਹ ਜ਼ਿਕਰ ਕਰਨ ਦੇ ਪਿੱਛੇ ਸ਼ਾਇਦ ਸਤਿਗੁਰੂ ਜੀ ਦਾ ਇਹ ਇਸ਼ਾਰਾ ਹੈ ਕਿ ਜੋ ਅਗਲੀ ਪੰਕਤੀ ਹੈ ਉਹਦੇ ਵਿੱਚ ਧਰਤੀ ਦੀ ਗੱਲ ਕਰ ਰਹੇ ਹਨ ਤੇ ਉਹਦਾ ਉਹ ਸਥਾਨ ਦੱਸ ਰਹੇ ਹਨ।
ਇੱਥੇ ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਕਿ ਇੱਥੇ ਸਤਿਗੁਰੂ ਜੀ ਦੋ ਹਿੱਸਿਆਂ ਦੇ ਵਿੱਚ ਗੱਲ ਕਰ ਰਹੇ ਹਨ। ਪਹਿਲੀ ਪੰਕਤੀ ਦੇ ਵਿੱਚ ਉਹਨਾਂ ਨੇ ਕਾਲ ਨਾਲ ਸੰਬੰਧਿਤ ਜੋ ਵਸਤਾਂ ਹੁੰਦੀਆਂ ਹਨ, ਜੋ ਸਾਡੇ ਟਰਮਸ ਹਨ, ਉਹ ਸਾਰੀਆਂ ਦਾ ਜ਼ਿਕਰ ਕੀਤਾ ਹੈ। ਪਹਿਲੀ ਪੰਕਤੀ ਦੇ ਵਿੱਚ ਰਾਤੀ, ਰੁੱਤੀ, ਥਿੱਤੀ, ਵਾਰ, ਇਹ ਸਾਰੇ ਟਾਈਮ ਦਾ ਜੋ ਮੇਜਰ ਹੈ, ਕਾਲ ਨੂੰ ਮੰਨਣ ਵਾਲੇ ਜੋ ਢੰਗ ਹਨ ਸਾਡੇ, ਉਹ ਹਨ। ਤੇ ਪਵਨ, ਪਾਣੀ, ਅਗਨੀ, ਪਾਤਾਲ, ਇਹ ਸਾਰੀਆਂ ਸਥੂਲ ਚੀਜ਼ਾਂ ਦੀ ਗੱਲ ਸਤਿਗੁਰੂ ਜੀ ਕਰ ਰਹੇ ਹਨ, ਜਿਨ੍ਹਾਂ ਨੂੰ ਅਸੀਂ ਦੇਸ਼ ਦੇ ਨਾਲ ਸੰਬੰਧਿਤ ਕਰ ਸਕਦੇ ਹਾਂ। ਪਾਤਾਲ ਦਾ ਸੰਬੰਧ ਤਾਂ ਸਿੱਧਾ ਹੀ ਫਿਜ਼ੀਕਲ ਵਰਲਡ ਦੇ ਨਾਲ ਆ ਜਾਂਦਾ ਹੈ, ਤੇ ਬਾਕੀ ਚੀਜ਼ਾਂ ਵੀ ਇਸ ਸਾਰੇ ਜੋ ਸਥੂਲ ਮੈਟਰ ਹੈ ਉਹਦੇ ਨਾਲ ਸੰਬੰਧਿਤ ਹਨ। ਤੋ ਇਹਨਾਂ ਦੋਵਾਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕਾਲ ਤੇ ਦੇਸ਼ ਦੀ ਗੱਲ ਕਰ ਰਹੇ ਹਨ, ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਡਿਸਕ੍ਰਾਈਬ ਕਰਨਾ ਹੋਵੇ ਤਾਂ ਸਾਨੂੰ ਇਹ ਦੋ ਚੀਜ਼ਾਂ ਦੀ ਲੋੜ ਪੈਂਦੀ ਹੈ ਕਿ ਕਿਹੜੇ ਵਕਤ ਦੇ ਵਿੱਚ ਤੇ ਕਿਹੜੀ ਥਾਂ ਦੇ ਉੱਤੇ, ਕਿਹੋ ਜਿਹੇ ਹਾਲਾਤ ਦੇ ਵਿੱਚ, ਕਿਹੜੇ ਦੇਸ਼ ਦੇ ਵਿੱਚ, ਪਾਣੀ ਵਿੱਚ ਹੈ, ਧਰਤੀ ਦੇ ਉੱਤੇ ਹੈ, ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਵਸਤੂ ਹੈ। ਤਾਂ ਜੇ ਅਸੀਂ ਕਾਲ ਤੇ ਦੇਸ਼ ਨੂੰ ਡਿਸਕ੍ਰਾਈਬ ਕਰਦੇ ਹੀ ਹੈ ਤਾਂ ਉਹ ਜਿਹੜੀ ਵਸਤੂ ਦੀ ਗੱਲ ਕਰਨੀ ਹੁੰਦੀ ਹੈ ਉਹਦੇ ਬਾਰੇ ਗੱਲ ਕਰਨੀ ਸੌਖੀ ਹੋ ਜਾਂਦੀ ਹੈ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ। ਤਿਸ ਵਿੱਚ ਦਾ ਭਾਵ ਹੈ ਕਿ ਇਹ ਸਾਰੀਆਂ ਚੀਜ਼ਾਂ ਦਾ ਜੋ ਸਮੂਹ ਅਕਾਲ ਪੁਰਖ ਨੇ ਸਿਰਜਿਆ, ਕਾਲ ਤੇ ਦੇਸ਼ ਦਾ, ਉਸ ਸਮੂਹ ਦੇ ਵਿੱਚ ਧਰਤੀ ਥਾਪ ਰੱਖੀ। ਥਾਪ ਰੱਖੀ ਭਾਵ ਥਾਪ ਕੇ ਰੱਖ ਦਿੱਤੀ ਹੈ, ਟਿਕਾ ਦਿੱਤੀ ਹੈ। ਧਰਮਸ਼ਾਲ, ਅਸੀਂ ਧਰਮਸ਼ਾਲ ਦਾ ਅਰਥ ਜੋ ਹੈ ਉਹ ਕਈ ਢੰਗਾਂ ਨਾਲ ਕਰਦੇ ਹਾਂ। ਪਹਿਲਾਂ ਤੇ ਇਹ ਅਰਥ ਲਿਆ ਜਾਂਦਾ ਹੈ ਕਿ ਜਿਵੇਂ ਕੋਈ ਰਾਹਗੀਰਾਂ ਦੇ ਟਿਕਣ ਲਈ ਕੋਈ ਥਾਂ ਬਣੀ ਹੁੰਦੀ ਹੈ, ਉਹਨੂੰ ਧਰਮਸ਼ਾਲ ਕਿਹਾ ਜਾਂਦਾ ਹੈ, ਜਿੱਥੇ ਜਾ ਕੇ ਇਨਸਾਨ ਨੂੰ, ਕੁਝ ਦਇਆਵਾਨ ਲੋਕਾਂ ਨੇ ਬਣਾਈਆਂ ਹੁੰਦੀਆਂ ਹਨ ਧਰਮਸ਼ਾਲਾਵਾਂ, ਜਿੱਥੇ ਜਾ ਕੇ ਬਿਨਾਂ ਕਿਸੇ ਖਰਚੇ ਦੇ ਜਿਹੜੇ ਰਸਤੇ ਵਿੱਚ ਚੱਲਣ ਵਾਲੇ ਹਨ, ਰਾਹਗੀਰ ਹਨ, ਉਹ ਰੁਕ ਸਕਦੇ ਹਨ। ਪਰ ਧਰਮਸ਼ਾਲ ਦਾ ਦੂਜਾ ਅਰਥ ਜਿਹੜਾ ਹੈ, ਅਸੀਂ ਜਿਵੇਂ ਕਾਰਜਸ਼ਾਲਾ ਕਹਿੰਦੇ ਹਾਂ ਜਾਂ ਪਾਠਸ਼ਾਲਾ ਕਹਿੰਦੇ ਹਾਂ। ਪਾਠਸ਼ਾਲਾ ਦਾ ਅਰਥ ਹੈ ਜਿੱਥੇ ਪਾਠ ਪੜ੍ਹਿਆ ਜਾਵੇ, ਭਾਵ ਸਕੂਲ। ਕਾਰਜਸ਼ਾਲਾ ਦਾ ਅਰਥ ਹੈ ਜਿੱਥੇ ਜਾ ਕੇ ਕੰਮ ਕੀਤਾ ਜਾਵੇ, ਭਾਵ ਵਰਕਸ਼ਾਪ। ਤੇ ਧਰਮਸ਼ਾਲ ਦਾ ਅਰਥ ਇਸ ਦੇ ਮੁਤਾਬਕ ਇਹ ਬਣਦਾ ਹੈ ਕਿ ਉਹ ਸਥਾਨ ਜਿੱਥੇ ਧਰਮ ਕਮਾਇਆ ਜਾਵੇ। ਵੈਸੇ ਧਰਮਸ਼ਾਲਾ ਲਫ਼ਜ਼ ਜੋ ਹੈ, ਜਿਹਨੂੰ ਅੱਜ ਅਸੀਂ ਗੁਰਦੁਆਰਾ ਕਹਿੰਦੇ ਹਾਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਇਹਨੂੰ ਧਰਮਸ਼ਾਲ ਦਾ ਨਾਮ ਦਿੱਤਾ ਗਿਆ ਸੀ। ਤਾਂ ਧਰਮਸ਼ਾਲ ਦਾ ਅਰਥ ਇੱਥੇ ਹੈ ਕਿ ਧਰਤੀ ਜੋ ਹੈ ਅਕਾਲ ਪੁਰਖ ਨੇ, ਇਹ ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਇਹਦਾ ਜੋ ਇੱਕ ਕੰਪਲੈਕਸ ਹੈ, ਇਹਦਾ ਜੋ ਸਮੂਹ ਹੈ, ਇਹਦੇ ਵਿੱਚ ਅਕਾਲ ਪੁਰਖ ਨੇ ਧਰਤੀ ਟਿਕਾ ਕੇ ਰੱਖ ਦਿੱਤੀ ਹੈ ਇੱਕ ਧਰਮਸ਼ਾਲ, ਭਾਵ ਧਰਮ ਕਮਾਉਣ ਦੇ ਸਥਾਨ ਵਜੋਂ। ਤੋ ਇੱਥੇ ਸਤਿਗੁਰੂ ਜੀ ਦਾ ਇੱਕ ਜਿਹੜਾ ਵਿਊ ਬੜਾ ਸਾਡੇ ਵਾਸਤੇ ਇੰਪੋਰਟੈਂਟ ਵੀ ਹੈ। ਅਦਰਵਾਈਜ਼ ਇਸ ਵਿਸ਼ੇ ਤੋਂ ਥੋੜਾ ਜਿਹਾ ਬਾਹਰ ਜਾ ਕੇ ਵੀ ਜੇ ਅਸੀਂ ਗੱਲ ਕਰੀਏ ਕਿ ਧਰਤੀ ਨੂੰ ਉਹਨਾਂ ਨੇ ਧਰਮਸ਼ਾਲ ਕਿਹਾ, ਇਹ ਗੱਲ ਸਤਿਗੁਰੂ ਜੀ ਉਸ ਦੇਸ਼ ਦੇ ਵਿੱਚ ਕਰ ਰਹੇ ਹਨ ਜਿੱਥੇ ਧਰਤੀ ਨੂੰ, ਇਸ ਜਗਤ ਨੂੰ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਸਨ, ਉਹਦੇ ਬਾਰੇ ਇਹੋ ਜਿਹੇ ਵਿਚਾਰ ਸਨ। ਮਹਾਤਮਾ ਬੁੱਧ ਨੇ ਕਹਿ ਦਿੱਤਾ ਕਿ ਇਹ ਦੁੱਖਾਂ ਦਾ ਘਰ ਹੈ, ਤਾਂ ਸਤਿਗੁਰੂ ਜੀ ਨੇ ਧਰਮਸ਼ਾਲ ਕਹਿ ਕੇ ਇਸ ਗੱਲ ਨਾਲ ਉਹਨਾਂ ਨੇ ਆਪਣੀ ਸਹਿਮਤੀ ਨਹੀਂ ਦਿੱਤੀ, ਕਿਉਂਕਿ ਉਹਨਾਂ ਨੇ ਕਿਹਾ ਇਹ ਤਾਂ ਧਰਮ ਕਮਾਨ ਦੀ ਥਾਂ ਹੈ, ਭਾਵ ਇਹ ਦੁੱਖਾਂ ਦਾ ਘਰ ਨਹੀਂ ਹੈ, ਜਾਂ ਇਹ ਡਰਾਉਣਾ ਸਾਗਰ ਨਹੀਂ ਹੈ ਜਿਸ ਤੋਂ ਡਰ ਕੇ ਅਸੀਂ ਭੱਜ ਜਾਈਏ। ਇਹ ਧਰਮ ਦੇ ਰਾਹ ਦੇ ਵਿੱਚ ਰੁਕਾਵਟ ਵੀ ਨਹੀਂ ਹੈ, ਜਿਵੇਂ ਕਿ ਸੰਨਿਆਸੀ ਜਗਤ ਦੇ ਜੀਵਨ ਨੂੰ ਛੱਡ ਕੇ ਦੌੜ ਜਾਂਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਇਹ ਜਗਤ ਤਾਂ ਧਰਮ ਕਮਾਉਣ ਦੀ ਜਗ੍ਹਾ ਹੈ, ਇਹ ਧਰਮਸ਼ਾਲਾ ਹੈ ਜਿੱਥੇ ਅਸੀਂ ਧਰਮ ਕਮਾਉਣਾ ਹੈ। ਤੇ ਨਾ ਹੀ ਇਹ ਮਿਥਿਆ ਹੈ। ਜੇ ਮਿਥਿਆ ਹੁੰਦੀ ਤਾਂ ਇਹਦੇ 'ਚ ਧਰਮ ਨਹੀਂ ਕਮਾਇਆ ਜਾ ਸਕਦਾ, ਤੇ ਨਾ ਹੀ ਇਹ ਅਸਤ ਹੈ, ਇਹ ਝੂਠ ਨਹੀਂ ਹੈ, ਇਹ ਨਹੀਂ ਕਿ ਇਹਦੀ ਹੋਂਦ ਹੀ ਨਹੀਂ ਹੈ। ਤੋ ਸਤਿਗੁਰਾਂ ਨੇ ਇਹਦੇ ਵਿੱਚ ਜੋ ਵਿਸ਼ੇ ਦੇ ਮੁਤਾਬਕ ਗੱਲ ਕੀਤੀ ਹੈ ਉਹ ਤਾਂ ਕੀਤੀ ਹੈ, ਉਹਦੀ ਗੱਲ ਵੀ ਆਪਾਂ ਕਰਦੇ ਹਾਂ
ਕਿ ਪਰ ਸਤਿਗੁਰਾਂ ਨੇ ਇੱਥੇ ਇੱਕ ਸਾਨੂੰ ਹੋਰ ਸਿਧਾਂਤ ਜਿਹੜਾ ਸਤਿਗੁਰੂ ਜੀ ਨੇ ਇਸ਼ਾਰਾ ਕਰਕੇ ਸਾਨੂੰ ਦੇ ਦਿੱਤਾ ਹੈ ਕਿ ਧਰਤੀ ਜੋ ਹੈ ਉਹ ਧਰਮ ਕਮਾਉਣ ਦੀ ਜਗ੍ਹਾ ਹੈ। ਇਹ ਸਿਧਾਂਤ ਦਾ ਸਾਡੇ ਧਰਮ ਦੀ ਰਹਿਤ ਬਹਿਤ, ਜੀਵਨ ਢੰਗ, ਜੀਵਨ ਜੁਗਤੀ ਔਰ ਸਾਡਾ ਜੋ ਵਰਲਡ ਵਿਊ ਹੈ ਉਹਦੇ ਵਿੱਚ ਬੜੀ ਇੰਪੋਰਟੈਂਸ ਹੈ ਕਿ ਧਰਤੀ ਜਾਂ ਇਹ ਜਗਤ ਹੈ ਜਾਂ ਜਗਤ ਦਾ ਜੀਵਨ ਹੈ, ਇਹ ਅਸਲ ਦੇ ਵਿੱਚ ਸਾਨੂੰ ਅਕਾਲ ਪੁਰਖ ਨੇ ਇੱਕ ਮੌਕਾ ਦਿੱਤਾ ਹੈ, ਓਪਰਚੁਨਿਟੀ ਦਿੱਤੀ ਹੈ। ਮਤਲਬ ਵੀ ਆਰ ਫੋਰਚੂਨੇਟ ਟੂ ਬੀ ਹੇਅਰ ਕਿ ਇਹ ਧਰਮਸ਼ਾਲਾ ਦੇ ਵਿੱਚ ਅਸੀਂ ਇੱਥੇ ਪਹੁੰਚ ਗਏ। ਔਰ ਇਹ ਧਰਮਸ਼ਾਲਾ ਦੇ ਵਿੱਚ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਅਕਾਲ ਪੁਰਖ ਨੇ ਸਾਰਾ ਪ੍ਰਬੰਧ ਕੀਤਾ ਹੈ, ਇਸ ਕੰਪਲੈਕਸ ਦੇ ਵਿੱਚ ਇਹ ਧਰਤੀ ਟਿਕਾਈ ਹੈ ਤਾਂ ਕਿ ਅਸੀਂ ਇੱਥੇ ਧਰਮ ਕਮਾ ਸਕੀਏ। ਤੋ ਧਰਮ ਦਾ ਅਰਥ ਕੀ ਹੈ? ਧਰਮ ਕਮਾਉਣ ਦਾ ਅਰਥ ਕੀ ਹੈ? ਤੋ ਧਰਮ ਕਮਾਉਣ ਦਾ ਅਰਥ ਇਹ ਹੈ ਕਿ ਜੋ ਸਾਡਾ ਮਕਸਦ ਹੈ ਇਸ ਜੀਵਨ ਦਾ, ਜਿਸ ਮਕਸਦ ਨੂੰ ਲੈ ਕੇ ਅਸੀਂ ਇਸ ਜਗਤ ਦੇ ਵਿੱਚ ਆਏ ਹਾਂ, ਉਹਨੂੰ ਪੂਰਾ ਕਰਨ ਦੇ ਲਈ, ਮਕਸਦ ਦੀ ਪ੍ਰਾਪਤੀ ਦੇ ਵਾਸਤੇ, ਜਿਹੜਾ ਜੀਵਨ ਮਨੋਰਥ ਹੈ ਉਹਦੀ ਪ੍ਰਾਪਤੀ ਦੇ ਵਾਸਤੇ ਅਸੀਂ ਜਿਹੜੇ ਕੰਮ ਕਰਨੇ ਨੇ, ਉਹ ਕੰਮ ਕਰਨ ਦੀ ਇਹ ਥਾਂ ਹੈ। ਕਿਉਂਕਿ ਧਰਮ ਦਾ ਅਰਥ ਹੈ ਫਰਜ਼। ਫਰਜ਼ ਦਾ ਕੀ ਮਤਲਬ ਹੈ ਕਿ ਅਸੀਂ ਜਿਹੜਾ ਕੰਮ ਕਰਨ ਲਈ ਇੱਥੇ ਆਏ ਹਾਂ ਉਹ ਕੰਮ ਕਰਨਾ ਸਾਡਾ ਫਰਜ਼ ਹੈ। ਤੋ ਧਰਤੀ ਕੀ ਜਗ੍ਹਾ ਹੋਈ? ਉਹ ਜਗ੍ਹਾ ਜਿੱਥੇ ਬੈਠ ਕੇ, ਜਿੱਥੇ ਰਹਿ ਕੇ, ਜਿੱਥੇ ਜੀਵਨ ਜੀ ਕੇ ਅਸੀਂ ਆਪਣੇ ਫਰਜ਼ ਪੂਰਾ ਕਰਨਾ ਹੈ, ਫਰਜ਼ ਪੂਰੇ ਕਰਨੇ ਹਨ। ਜਦੋਂ ਸਾਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਧਰਤੀ ਜਿਹੜੀ ਹੈ ਇਹ ਧਰਮਸ਼ਾਲ ਹੈ, ਇਸ ਦਾ ਜੀਵਨ ਜਿਹੜਾ ਹੈ ਇਹ ਸਾਡੇ ਫਰਜ਼ ਪੂਰੇ ਕਰਨ ਦਾ ਇੱਕ ਮੌਕਾ ਹੈ। ਅਸੀਂ ਇਸ ਜੀਵਨ ਨੂੰ ਜੀਉ ਕੇ, ਇਸ ਧਰਤੀ ਉੱਤੇ ਰਹਿ ਕੇ ਅਸੀਂ ਆਪਣੇ ਕੁਝ ਫਰਜ਼ ਪੂਰੇ ਕਰਨੇ ਹਨ। ਤੋ ਜਦੋਂ ਇਸ ਗੱਲ ਦੀ ਸਮਝ ਲੱਗਦੀ ਹੈ, ਇਸ ਗੱਲੋਂ ਅਸੀਂ ਸੁਚੇਤ ਹੁੰਦੇ ਹਾਂ, ਤਾਂ ਇਸ ਦਾ ਅਗਲਾ ਕਦਮ ਕੁਦਰਤੀ ਇਹ ਹੈ ਕਿ ਅਸੀਂ ਆਪਣੇ ਜੋ ਵੀ ਇੱਥੇ ਕਰ ਰਹੇ ਹਾਂ, ਜਿਹੜੇ ਕਰਮ ਕਰ ਰਹੇ ਹਾਂ, ਕਰਮਾਂ ਦੇ ਪ੍ਰਤੀ ਅਸੀਂ ਸੁਚੇਤ ਹੋ ਜਾਂਦੇ ਹਾਂ। ਤਾਂ ਜਦੋਂ ਇਸ ਗੱਲ ਦੀ ਸੋਝੀ ਸਤਿਗੁਰਾਂ ਨੇ ਸਾਨੂੰ ਦਿੱਤੀ ਕਿ ਭਾਈ ਇਹ ਧਰਤੀ ਧਰਮਸਾਲ ਹੈ, ਜਿੱਥੇ ਰਹਿ ਕੇ ਤੁਸੀਂ ਆਪਣਾ ਫਰਜ਼ ਪੂਰਾ ਕਰਨਾ ਹੈ। ਫਰਜ਼ ਕੀ ਹੈ? ਪਹਿਲਾਂ ਤਾਂ ਇਹ ਸੁਚੇਤ ਹੋਣਾ ਪਏਗਾ ਕਿ ਸਾਡਾ ਇਸ ਜਗਤ ਦੇ ਵਿੱਚ ਆ ਕੇ ਮਕਸਦ ਕੀ ਹੈ, ਫਰਜ਼ ਕੀ ਹੈ। ਜਦੋਂ ਮਕਸਦ ਦੀ ਸਮਝ ਲੱਗ ਗਈ ਤਾਂ ਮਕਸਦ ਪੂਰਾ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਉਹਦੀ ਵੀ ਨਾਲ ਸੋਝੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਸਾਡੇ ਫਰਜ਼ ਕਿਹੜੇ ਕਿਹੜੇ ਹਨ, ਅਸੀਂ ਕੀ ਕੰਮ ਕਰਨੇ ਹਨ। ਤੇ ਜਦੋਂ ਇਹ ਸੋਝੀ ਪੈਂਦੀ ਹੈ ਤਾਂ ਫਿਰ ਉਸ ਦਾ ਉਦਮ ਵੀ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਹੁਣ ਇਹ ਕੰਮ ਕਰਨਾ ਹੀ ਹੈ, ਤਾਂ ਚਲੋ ਇਸ ਕੰਮ ਨੂੰ ਕਰਨਾ ਸ਼ੁਰੂ ਕਰੀਏ। ਤਾਂ ਇਹ ਉਦਮ ਵੀ ਸ਼ੁਰੂ ਹੋ ਜਾਂਦਾ ਹੈ। ਤੋ ਜਦੋਂ ਅਸੀਂ ਆਪਣੇ ਧਰਮ ਪ੍ਰਤੀ, ਭਾਵ ਆਪਣੇ ਫਰਜ਼ਾਂ ਦੇ ਪ੍ਰਤੀ ਸੁਚੇਤ ਹੋ ਜਾਂਦੇ ਹਾਂ, ਤਾਂ ਹੀ ਇਹ ਧਰਤੀ ਧਰਮਸ਼ਾਲ ਹੈ। ਉਸ ਤੋਂ ਬਿਨਾਂ ਇਹ ਧਰਮਸ਼ਾਲ ਨਹੀਂ ਹੈ। ਤੋ ਧਰਮਸ਼ਾਲ ਦੀ ਸੋਝੀ ਜਿਹੜੀ ਹੈ ਉਹ ਦੇਣ ਦਾ ਅਰਥ ਇਹ ਹੈ ਕਿ ਅਸੀਂ ਆਪਣੇ ਫਰਜ਼ਾਂ ਦੇ ਪ੍ਰਤੀ ਸੁਚੇਤ ਹੋ ਜਾਈਏ ਤਾਂ ਕਿ ਇਹ ਧਰਤੀ ਧਰਮਸ਼ਾਲ ਬਣ ਜਾਵੇ। ਜਦੋਂ ਅਸੀਂ ਧਰਮਸ਼ਾਲ ਦੇ ਅਰਥਾਂ ਨੂੰ ਨਹੀਂ ਸਮਝ ਕੇ ਅਸੀਂ ਆਪਣੇ ਫਰਜ਼ਾਂ ਦੇ ਪਿੱਛੇ ਸੁਚੇਤ ਨਹੀਂ ਹਾਂ, ਤਾਂ ਫਿਰ ਸਾਡੀ ਹਾਲਤ ਉਹ ਜਿਹੀ ਹੈ ਕਿ ਬੰਦਾ ਕੰਮ ਕਰਨ ਲਈ ਕੀ ਜਾਂਦਾ ਹੈ ਤੇ ਕਰਕੇ ਕੁਛ ਆ ਜਾਂਦਾ ਹੈ। ਵਿਦਿਆਰਥੀ ਪਾਠਸ਼ਾਲਾ ਵਿੱਚ ਜਾਂਦਾ ਹੈ ਪੜ੍ਹਨ ਲਈ, ਪਰ ਉੱਥੇ ਪੜ੍ਹੇ ਬਿਨਾਂ ਹੋਰ ਆਲੇ ਦੁਆਲੇ ਦੇ ਬਹੁਤ ਸਾਰੇ ਕੰਮ ਕਰਕੇ ਆ ਜਾਂਦਾ ਹੈ, ਤਾਂ ਉਹ ਆਪਣਾ ਧਰਮ ਪੂਰਾ ਨਹੀਂ ਕਰ ਰਿਹਾ। ਤਾਂ ਸਾਡੀ ਵੀ ਉਹੋ ਜਿਹੀ ਅਵਸਥਾ ਹੀ ਬਣ ਜਾਵੇਗੀ। ਪਰ ਇਸ ਅਵਸਥਾ ਤੋਂ ਬਚਣ ਦਾ ਇੱਕੋ ਹੀ ਕਾਰਨ, ਇੱਕੋ ਹੀ ਰਸਤਾ ਹੈ ਕਿ ਅਸੀਂ ਆਪਣੇ ਫਰਜ਼ਾਂ ਦੇ ਪ੍ਰਤੀ ਸੁਚੇਤ ਹੋਈਏ, ਉਹਨਾਂ ਨੂੰ ਕਿਵੇਂ ਕਰਨਾ ਹੈ ਉਹਦੇ ਬਾਰੇ ਵਿਚਾਰ ਕਰੀਏ ਤੇ ਫਿਰ ਉਦਮ ਸ਼ੁਰੂ ਕਰੀਏ। ਤੇ ਫਿਰ ਇਹ ਧਰਤੀ ਜੋ ਅਕਾਲ ਪੁਰਖ ਨੇ ਧਰਮਸ਼ਾਲ ਬਣਾਈ ਸੀ, ਇਹ ਸਾਡੇ ਵਾਸਤੇ ਸਹੀ ਅਰਥਾਂ ਦੇ ਵਿੱਚ ਧਰਮਸ਼ਾਲ ਬਣ ਜਾਏ। ਤੋ ਸਤਿਗੁਰਾਂ ਨੇ ਕਿਹਾ ਕਿ ਇਹ ਜੋ ਧਰਤੀ ਥਾਪ ਰੱਖੀ ਹੈ ਅਕਾਲ ਪੁਰਖ ਨੇ, ਇਹ ਦੇਸ਼ ਤੇ ਕਾਲ ਦੇ ਜੋ ਕੰਪਲੈਕਸ ਹੈ ਉਹਦੇ ਵਿੱਚ, ਇਹ ਇੱਕ ਧਰਮਸ਼ਾਲ ਦੇ ਤੌਰ ਦੇ ਉੱਤੇ ਅਕਾਲ ਪੁਰਖ ਨੇ ਸਾਜੀ ਹੈ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਸ ਵਿੱਚ ਭਾਵ ਇਸ ਧਰਤੀ ਉੱਤੇ ਜੀ, ਜੀਵ ਜੰਤ ਤੇ ਜੀ ਜੁਗਤ ਦਾ ਅਰਥ ਹੋ ਗਿਆ ਕਿ ਜੀਵਾਂ ਦੀਆਂ ਜੁਗਤੀਆਂ, ਜੀਵਾਂ ਦੀ ਜੁਗਤ, ਭਾਵ ਜਿਸ ਢੰਗ ਨਾਲ ਜੀਵ ਆਪਣਾ ਜੀਵਨ ਇੱਥੇ ਬਤੀਤ ਕਰ ਰਹੇ ਹਨ, ਉਹਨਾਂ ਦੇ ਰਹਿਣ ਦੇ ਵਾਸਤੇ, ਉਹਨਾਂ ਦੀ ਉਸ ਜੁਗਤ ਦੇ ਵਾਸਤੇ ਜਿਹਦੇ ਵਾਸਤੇ ਧਰਤੀ ਬਣਾ ਕੇ ਦਿੱਤੀ ਹੈ,
ਕੇ ਰੰਗ, ਕੇ ਦਾ ਅਰਥ ਹੈ ਇੱਥੇ ਕਈ, ਕਈ ਰੰਗ, ਅਨੇਕਾਂ ਕਿਸਮਾਂ ਦੇ ਇੱਥੇ ਜੀਵ ਹਨ। ਆਪਾਂ ਇਉਂ ਕਹਿ ਲਈਏ ਕਿ ਅਨੇਕਾਂ ਕਿਸਮਾਂ ਦੇ ਇੱਥੇ ਮਨੁੱਖ ਵਸਦੇ ਹਨ। ਹਰ ਮਨੁੱਖ ਦੀਆਂ ਕਈ ਕਿਸਮਾਂ ਹਨ, ਮਤਲਬ ਮਨੁੱਖ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ, ਤੇ ਜਿੰਨੀਆਂ ਕਿਸਮਾਂ ਹਨ ਉਨੀਆਂ ਹੀ ਉਹਨਾਂ ਦੀਆਂ ਜੀਵਨ ਜੁਗਤੀਆਂ ਵੀ ਹਨ। ਉਹ ਆਪਣੇ ਆਪਣੇ ਢੰਗ ਦੇ ਨਾਲ ਇਸ ਜਗਤ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਤਿੰਨ ਕੇ ਨਾਮ ਅਨੇਕ ਅਨੰਤ, ਭਾਵ ਇਹਨਾਂ ਜੀਵਾਂ ਦੇ ਅਨੇਕਾਂ ਹੀ ਨਾਮ, ਅਨੰਤ ਭਾਵ ਬੇਅੰਤ। ਤਿੰਨ ਕੇ ਉਹਨਾਂ ਜੀਵਾਂ ਦੇ ਜਿਨ੍ਹਾਂ ਦੀ ਗੱਲ ਸਤਿਗੁਰੂ ਜੀ ਉੱਪਰ ਕਰ ਰਹੇ ਹਨ। ਤਿੰਨ ਕੇ ਨਾਮ ਅਨੇਕ ਅਨੰਤ, ਤੋ ਜੀਵਾਂ ਦੀਆਂ ਭਾਵ ਮਨੁੱਖਾਂ ਦੀਆਂ ਅਣਗਿਣਤ ਕਿਸਮਾਂ ਹਨ ਅਤੇ ਅਣਗਿਣਤ ਹੀ ਉਹਨਾਂ ਦੀਆਂ ਜੀਵਨ ਜੁਗਤੀਆਂ ਵੀ ਹਨ। ਇਹ ਜੀਵਨ ਜੁਗਤੀਆਂ ਦੀ ਮਨੁੱਖ ਦੀ ਨਜ਼ਰ ਦੇ ਵਿੱਚ ਮਹੱਤਤਾ ਹੁੰਦੀ ਹੈ। ਹਰ ਮਨੁੱਖ ਦੀ ਨਜ਼ਰ ਦੇ ਵਿੱਚ ਉਹਦੀ ਆਪਣੀ ਜੀਵਨ ਜੁਗਤੀ, ਉਹਦਾ ਫਲਸਫਾ ਉਹਨੂੰ ਲੱਗਦਾ ਹੈ ਕਿ ਬਾਕੀਆਂ ਨਾਲੋਂ ਉੱਚਾ ਹੈ। ਤਾਂ ਫਿਰ ਜੇ ਹਰ ਬੰਦਾ ਆਪਣੇ ਆਪ ਨੂੰ, ਆਪਣੀ ਜੀਵਨ ਜੁਗਤੀ ਨੂੰ, ਆਪਣੀ ਫਿਲਾਸਫੀ ਨੂੰ ਜਾਂ ਆਪਣੇ ਮਜ਼ਹਬ ਨੂੰ ਜਾਂ ਆਪਣੇ ਜੀਣ ਦੇ ਢੰਗ ਨੂੰ ਉੱਚਾ ਮੰਨਦਾ ਹੈ, ਤਾਂ ਫਿਰ ਇਹਨਾਂ ਵਿੱਚੋਂ, ਇੰਨੇ ਢੰਗਾਂ ਦੇ ਵਿੱਚੋਂ, ਇੰਨੀਆਂ ਜੀਵਨ ਦੀਆਂ ਜੁਗਤੀਆਂ ਜਿਨ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਨਾਮ ਹਨ, ਅਨੇਕਾਂ ਕਿਸਮਾਂ ਦੇ ਔਰ ਅਨੇਕਾਂ ਦੀ ਗਿਣਤੀ ਦੇ ਵਿੱਚ, ਅਨੰਤ ਦੇ ਵਿੱਚ ਉਹ ਨਾਮ ਹਨ, ਇਹ ਜੀਵਨ ਜੁਗਤੀਆਂ ਹਨ, ਤਾਂ ਫਿਰ ਇਹਨਾਂ ਦਾ ਕੀ ਸਟੇਟਸ ਬਣਿਆ? ਕੀ ਵਾਕਈ ਕੋਈ ਮਨੁੱਖ ਕਵੇ ਕਿ ਮੇਰਾ ਜੋ ਉੱਚਾ ਹੈ ਸਟੇਟਸ, ਮੇਰਾ ਜੋ ਜੁਗਤ ਹੈ, ਮੇਰੀਆਂ ਕਿਰਿਆਵਾਂ, ਮੇਰਾ ਧਰਮ, ਇਹਨਾਂ ਵਿੱਚੋਂ ਫਿਰ ਕਿਹੜਾ ਧਰਮ ਹੈ ਜੋ ਉੱਚਾ ਹੈ? ਚੰਗਾ ਕਿਹੜਾ ਹੈ, ਮਾੜਾ ਕਿਹੜਾ ਹੈ? ਤਾਂ ਇਹਦੀ ਕਿਸ ਤਰ੍ਹਾਂ ਹੋਏਗੀ, ਪਰਖ ਕਿੱਦਾਂ ਹੋਏਗੀ? ਤਾਂ ਇਨਸਾਨ ਦੀ ਪਰਖ ਇਸ ਗੱਲ ਦੇ ਉੱਤੇ ਨਹੀਂ ਹੋਣੀ ਕਿ ਬਈ ਉਹਦੀ ਜੀਵਨ ਦੀ ਜੁਗਤੀ ਕਿਹੜੀ ਹੈ, ਉਹ ਇੱਕ ਧਰਮ ਨੂੰ, ਇੱਕ ਮਜ਼ਹਬ ਨੂੰ ਬਿਲੋਂਗ ਕਰਦਾ ਹੈ ਜਾਂ ਦੂਜੇ ਨੂੰ। ਇਹਦੇ ਉੱਤੇ ਕਿਆ ਇਨਸਾਨ ਦੀ ਪਰਖ ਹੋ ਜਾਏਗੀ ਕਿ ਇਹ ਉੱਚਾ ਹੈ, ਨੀਵਾਂ ਹੈ, ਚੰਗਾ ਹੈ, ਮਾੜਾ ਹੈ, ਧਰਮੀ ਹੈ, ਅਧਰਮੀ ਹੈ? ਸਤਿਗੁਰੂ ਜੀ ਕਹਿੰਦੇ ਹਨ ਨਹੀਂ, ਇਹਨਾਂ ਦੀਆਂ ਅਨੇਕਾਂ ਜੀਵਨ ਜੁਗਤੀਆਂ ਭਾਵੇਂ ਹੋਣ, ਪਰ ਕਰਮੀ ਕਰਮੀ ਹੋਏ ਵਿਚਾਰ। ਕਰਮੀ ਦਾ ਅਰਥ ਹੈ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੋਏ ਵਿਚਾਰ, ਭਾਵ ਉਹਨਾਂ ਦੇ ਬਾਰੇ ਵਿਚਾਰ ਹੋਏਗੀ, ਉਹਨਾਂ ਦਾ ਨਿਬੇੜਾ ਹੋਏਗਾ, ਉਹਨਾਂ ਦੀ ਪਰਖ ਹੋਏਗੀ। ਕਿੱਥੇ ਹੋਣੀ ਹੈ ਉਹ ਵੀ ਸਤਿਗੁਰੂ ਅੱਗੇ ਦੱਸਦੇ ਹਨ, ਪਰ ਨਿਬੇੜਾ ਇਸ ਗੱਲ ਦੇ ਉੱਤੇ ਹੋਣਾ ਹੈ ਕਿ ਉਹ ਕਰਮ ਅਸੀਂ ਕੀ ਕੀਤੇ, ਸਾਡਾ ਰੰਗ ਕੀ ਹੈ, ਸਾਡੀ ਜੁਗਤ ਕੀ ਹੈ, ਉਹ ਇੰਪੋਰਟੈਂਟ ਨਹੀਂ ਹੈ। ਇੰਪੋਰਟੈਂਟ ਇਹ ਹੈ ਕਿ ਕੀ ਅਸੀਂ ਉਹ ਕਰਮ ਕਮਾਏ ਹਨ ਜਿਨ੍ਹਾਂ ਨੂੰ ਕਮਾ ਕੇ ਅਸੀਂ ਇਸ ਧਰਤੀ ਨੂੰ ਧਰਮਸ਼ਾਲ, ਭਾਵ ਆਪਣੇ ਫਰਜ਼, ਆਪਣਾ ਮਕਸਦ ਪੂਰਾ ਕਰਨ ਦੀ ਜਗ੍ਹਾ ਬਣਾਇਆ ਹੈ? ਕੀ ਕਰਮ ਕੀਤੇ ਹਨ? ਕੀ ਅਸੀਂ ਧਰਤੀ ਨੂੰ ਧਰਮਸ਼ਾਲ ਬਣਾਇਆ ਹੈ? ਜੇ ਬਣਾਇਆ ਹੈ ਜਾਂ ਨਹੀਂ ਬਣਾਇਆ, ਇਹ ਫਰਕ ਉੱਥੇ ਪਤਾ ਲੱਗੇਗਾ। ਕਰਮੀ ਕਰਮੀ ਹੋਏ ਵਿਚਾਰ, ਇਸ ਗੱਲ ਦੀ ਵਿਚਾਰ ਜਿਹੜੀ ਹੈ ਉਹ ਇਹ ਡਿਸਾਈਡ ਕਰੇਗੀ ਕਿ ਕੀ ਅਸੀਂ, ਸਾਡੀ ਜੁਗਤ ਕੈਸੀ ਹੈ, ਸਾਡਾ ਰੰਗ ਕੈਸਾ ਹੈ, ਸਾਡਾ ਜੀਵਨ ਕੈਸਾ ਹੈ, ਸਾਡੇ ਨਾਮ ਕੀ ਰੱਖੇ ਹਨ ਅਸੀਂ ਆਪਣੀ ਜੀਵਨ ਜੁਗਤ ਦੇ, ਉਹਦੇ ਨਾਲ ਇਹ ਡਿਪੈਂਡ ਨਹੀਂ ਕਰਨਾ। ਵਿਚਾਰ ਇਸ ਗੱਲ ਦੀ ਹੋਣੀ ਹੈ ਕਿ ਅਸੀਂ ਕਰਮ ਕਿਹੜੇ ਕੀਤੇ ਹਨ। ਗੱਲ ਬੜੀ ਸਪਸ਼ਟ ਹੈ, ਜਿਵੇਂ ਆਪਾਂ ਪਾਠਸ਼ਾਲਾ ਦੀ ਗੱਲ ਕੀਤੀ ਸੀ ਕਿ ਇੱਕ ਵਿਦਿਆਰਥੀ ਪਾਠਸ਼ਾਲਾ ਦੇ ਵਿੱਚ ਪੜ੍ਹਨ ਲਈ ਜਾਂਦਾ ਹੈ, ਉਹ ਪੜ੍ਹਦਾ ਹੈ ਤੇ ਉਹਦਾ ਪਾਠਸ਼ਾਲਾ ਵਿੱਚ ਜਾਣਾ ਸਫਲ ਹੋ ਗਿਆ, ਤੇ ਦੂਜਾ ਪਾਠਸ਼ਾਲਾ ਵਿੱਚ ਜਾਂਦਾ ਹੈ ਤੇ ਪੜ੍ਹਦਾ ਨਹੀਂ, ਤਾਂ ਉਹਦਾ ਉੱਥੇ ਜਾਣਾ ਵੇਸਟ ਹੋ ਗਿਆ, ਅਸਫਲ ਹੋ ਗਿਆ। ਇਸੇ ਤਰ੍ਹਾਂ ਹੀ ਜਦੋਂ ਇਹ ਵਿਚਾਰ ਹੋਣੀ ਹੈ ਤਾਂ ਇਹੀ ਦੇਖਿਆ ਜਾਣਾ ਹੈ ਕਿ ਧਰਮਸ਼ਾਲ ਦੇ ਵਿੱਚ ਅਕਾਲ ਪੁਰਖ ਨੇ ਸਾਨੂੰ ਭੇਜਿਆ, ਕੀ ਅਸੀਂ ਆਪਣਾ ਧਰਮ ਕਮਾਇਆ, ਕੀ ਅਸੀਂ ਆਪਣੇ ਫਰਜ਼ ਪੂਰੇ ਕੀਤੇ ਨੇ? ਤੇ ਜੇ ਕੀਤੇ ਨੇ ਤਾਂ ਸਾਡੇ ਲਈ ਜਗ੍ਹਾ ਆਬਵੀਅਸਲੀ ਹੋਰ ਹੋਏਗੀ, ਜਿਵੇਂ ਇੱਕ ਚੰਗੇ ਵਿਦਿਆਰਥੀ ਲਈ ਹੋਰ ਜਗ੍ਹਾ ਹੁੰਦੀ ਹੈ। ਜੇ ਅਸੀਂ ਆਪਣੇ ਫਰਜ਼ ਪੂਰੇ ਨਹੀਂ ਕੀਤੇ ਤਾਂ ਸਾਡੀ ਜਗ੍ਹਾ ਵੱਖਰੀ ਹੋਏਗੀ, ਉਹਦੇ ਨਾਲੋਂ ਵੱਖਰੀ ਹੋਏਗੀ ਜਿਹਨੇ ਆਪਣੇ ਫਰਜ਼ ਪੂਰੇ ਕੀਤੇ ਨੇ। ਤੇ ਇਹ ਪਰਖ ਕੌਣ ਕਰੇਗਾ, ਕਿੱਥੇ ਕਰੇਗਾ? ਹੁਣ ਇਸ ਦਾ ਨਿਬੇੜਾ ਕਰਨਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਹਨ ਸੱਚਾ ਆਪ, ਸੱਚਾ ਦਰਬਾਰ। ਭਾਵ ਇਹ ਨਿਬੇੜਾ ਕਰਨ ਦੇ ਵਿੱਚ
ਕੋਈ ਉਕਾਈ ਨਹੀਂ ਹੋ ਸਕਦੀ, ਇਹਦੇ 'ਚ ਕੋਈ ਪਾਰਸ਼ੈਲਿਟੀ ਨਹੀਂ ਹੋ ਸਕਦੀ, ਕਿਉਂਕਿ ਅਕਾਲ ਪੁਰਖ ਆਪ ਸੱਚਾ ਹੈ, ਉਸ ਦਾ ਦਰਬਾਰ ਵੀ ਸੱਚਾ ਹੈ। ਉਹ ਵੀ ਸਦਾ ਥਿਰ ਹੈ, ਉਹਦਾ ਦਰਬਾਰ ਵੀ ਸਦਾ ਥਿਰ ਹੈ, ਔਰ ਉੱਥੇ ਸੱਚ ਦੇ ਉੱਤੇ ਹੀ ਨਿਬੇੜਾ ਹੋਣਾ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਨੇ। ਭਾਵ ਉਹ ਸੱਚਾ ਹੈ, ਉਹਦਾ ਦਰਬਾਰ ਵੀ ਸੱਚਾ ਹੈ, ਔਰ ਉੱਥੇ ਵਿਚਾਰ ਕਿਸ ਗੱਲ ਦੀ ਹੋਣੀ ਹੈ? ਕਰਮੀ ਕਰਮੀ ਹੋਏ ਵਿਚਾਰ। ਕੇਵਲ ਤੇ ਕੇਵਲ ਕਰਮ ਹੀ ਸਾਡੇ ਨਿਬੇੜੇ ਦਾ ਜੋ ਸਾਧਨ ਹਨ, ਇਹੀ ਉਹ ਕਸਵੱਟੀ ਹਨ। ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਇਹਦੇ ਵਿੱਚ ਕੋਈ ਉਕਾਈ ਨਹੀਂ, ਕਿਉਂਕਿ ਨਾ ਕਿਸੇ ਕੋਈ ਸ਼ਾਰਟਕਟ ਨੂੰ ਥਾਂ ਮਿਲਣੀ ਹੈ, ਨਾ ਕਰਮ ਕਾਂਡਾਂ ਦੇ ਚੋਰ ਰਾਹ ਨੂੰ ਕੋਈ ਗੱਲ ਮਿਲਣੀ, ਵੇਟੇਜ ਮਿਲਣੀ ਹੈ, ਤੇ ਨਾ ਕੋਈ ਸਿਫਾਰਿਸ਼ ਮਿਲਣੀ ਹੈ, ਭਾਵੇਂ ਕਿਸੇ ਪੈਗੰਬਰ ਦੀ, ਅਵਤਾਰ ਦੀ ਜਾਂ ਵੱਡੇ ਪੁਰਖ ਦੀ ਸਿਫਾਰਿਸ਼ ਤੱਕ ਕਿਉਂ ਨਾ ਹੋਵੇ। ਉੱਥੇ ਕੁਝ ਨਹੀਂ ਚੱਲਣਾ, ਨਿਬੇੜਾ ਕੇਵਲ ਕਰਮੀ ਕਰਮੀ ਹੋਏ ਵਿਚਾਰ। ਭਾਵ ਕਰਮ ਕੀ ਕੀਤੇ ਹਨ, ਕੇਵਲ ਇਸੇ ਗੱਲ ਦੇ ਉੱਤੇ ਹੀ ਨਿਬੇੜਾ ਹੋਣਾ ਹੈ, ਇਸੇ ਗੱਲ ਦੇ ਉੱਤੇ ਹੀ, ਇਸ ਕਸਵੱਟੀ ਦੇ ਉੱਤੇ ਹੀ ਵਿਚਾਰ ਕੀਤੀ ਜਾਣੀ ਹੈ, ਔਰ ਸੱਚੇ ਦੇ ਦਰਬਾਰ ਵਿੱਚ ਕੋਈ ਵੀ ਨਿਆਂ ਅਧੂਰਾ ਨਹੀਂ ਹੋ ਸਕਦਾ। ਉੱਥੇ ਹਮੇਸ਼ਾ ਪੂਰਾ ਨਿਆਂ ਹੀ ਹੋਣਾ ਹੈ, ਅਧੂਰਾ ਨਿਆਂ ਕਦੀ ਨਹੀਂ ਹੋਣਾ। ਇਹ ਨਹੀਂ ਹੋ ਸਕਦਾ ਕਿ ਸਾਡੇ ਵਿੱਚ ਕਸਰ ਹੋਵੇ ਤੇ ਸਾਨੂੰ ਪੂਰਾ ਮੰਨ ਲਿਆ ਜਾਵੇ, ਜਾਂ ਅਸੀਂ ਪੂਰੇ ਹੋਈਏ ਤੇ ਸਾਨੂੰ ਅਧੂਰਾ ਮੰਨ ਲਿਆ ਜਾਵੇ। ਐਸਾ ਕਦੀ ਨਹੀਂ ਹੋ ਸਕਦਾ, ਕਿਉਂਕਿ ਸੱਚਾ ਆਪ ਸੱਚਾ ਧਰਮ। ਸਤਿਗੁਰੂ ਅੱਗੇ ਕਹਿੰਦੇ ਹਨ, ਤਿੱਥੈ ਸੋਹਨ ਪੰਚ ਪਰਵਾਨ। ਤਿੱਥੈ ਭਾਵ ਜਿਸ ਦਰਬਾਰ ਦੀ ਸਤਿਗੁਰਾਂ ਨੇ ਗੱਲ ਕੀਤੀ ਹੈ, ਸੱਚਾ ਦਰਬਾਰ ਕਿਹਾ ਹੈ, ਅਕਾਲ ਪੁਰਖ ਦੇ ਦਰਬਾਰ ਵਿੱਚ, ਅਕਾਲ ਪੁਰਖ ਦੀ ਕਚਹਿਰੀ ਦੇ ਵਿੱਚ, ਉਹਦੇ ਦਰਬਾਰ ਦੇ ਵਿੱਚ ਸੋਹਨ ਭਾਵ ਸ਼ੋਭਦੇ ਹਨ। ਕੌਣ? ਪੰਚ। ਪ੍ਰਵਾਨ ਦਾ ਅਰਥ ਇੱਥੇ ਹੈ ਪ੍ਰਤੱਖ ਤੌਰ ਤੇ। ਮੈਂ ਇਹਦੇ 'ਚ ਕੋਈ ਭੁਲੇਖੇ ਵਾਲੀ ਗੱਲ ਨਹੀਂ ਹੋ ਸਕਦੀ। ਤੇ ਸ਼ੋਭ ਕੌਣ ਰਹੇ ਹਨ? ਪੰਚ। ਪੰਚ ਸਤਿਗੁਰੂ ਜੀ ਨੇ ਅੱਗੇ ਵੀ ਲਫ਼ਜ਼ ਵਰਤਿਆ ਹੈ 16ਵੀਂ ਪੌੜੀ ਦੇ ਵਿੱਚ। ਇਸ ਦੇ ਅਰਥ ਉਸੇ ਤਰ੍ਹਾਂ ਹੀ ਹਨ ਕਿ ਜਿਨ੍ਹਾਂ ਨੇ ਜੋ ਕਰਨ ਲਈ ਅਸੀਂ ਇਸ ਜਗਤ ਦੇ ਵਿੱਚ ਆਏ ਹਾਂ, ਉਹ ਆਪਣਾ ਆਦਰਸ਼ ਜੋ ਹੈ, ਉਹ ਆਪਣਾ ਟੀਚਾ ਜੋ ਹੈ, ਉਹ ਪੂਰਾ ਕਰ ਲਿਆ, ਤਾਂ ਉਹ ਪੰਚ ਹੋ ਗਿਆ। ਤਿੱਥੈ ਸੋਹਨ ਪੰਚ ਪਰਵਾਨ। ਹੁਣ ਉਸ ਦਰਬਾਰ ਦੇ ਵਿੱਚ ਜਿੱਥੇ ਕਰਮਾਂ ਦੀ ਵਿਚਾਰ ਹੋਈ ਹੈ, ਜਿਹੜਾ ਸੱਚਾ ਦਰਬਾਰ ਹੈ, ਜਿਸ ਵਿੱਚ ਬੈਠ ਕੇ ਸੱਚਾ ਪ੍ਰਭੂ ਆਪ ਨਿਆਂ ਕਰ ਰਿਹਾ ਹੈ, ਪੂਰਾ ਨਿਆਂ ਕਰ ਰਿਹਾ ਹੈ, ਉਸ ਦਰਬਾਰ ਦੇ ਵਿੱਚ ਸ਼ੋਭਾ ਕੌਣ ਪਾਉਂਦਾ ਹੈ? ਤਾਂ ਦੋ ਹਿੱਸਿਆਂ ਵਿੱਚ ਅਸੀਂ ਗੱਲ ਕੀਤੀ ਹੈ, ਵੰਡ ਦਿੱਤਾ। ਇੱਕ ਤਾਂ ਉਹ ਹੋ ਗਏ ਕਿ ਜਿਹੜੇ ਕੱਚੇ ਨਿਕਲੇ, ਜਿਨ੍ਹਾਂ ਨੇ ਆਪਣਾ ਪੂਰਾ ਫਰਜ਼ ਕੀਤਾ ਨਹੀਂ, ਤੇ ਦੂਜੇ ਪੱਕੇ ਹੋ ਗਏ ਜਿਨ੍ਹਾਂ ਨੇ ਆਪਣਾ ਧਰਮ ਪੂਰਾ ਕਰ ਲਿਆ ਹੈ। ਇੱਕ ਧਰਮੀ ਹੋ ਗਏ, ਇੱਕ ਅਧਰਮੀ ਹੋ ਗਏ। ਇੱਕ ਜਿਨ੍ਹਾਂ ਨੇ ਆਪਣਾ ਧਰਮ ਕਮਾ ਲਿਆ ਹੈ, ਭਾਵ ਆਪਣਾ ਫਰਜ਼ ਪੂਰਾ ਕਰ ਲਿਆ ਹੈ, ਤੇ ਦੂਜਾ ਉਹ ਜਿਨ੍ਹਾਂ ਨੇ ਧਰਮਸ਼ਾਲ ਦੇ ਵਿੱਚ ਆ ਕੇ ਵੀ ਆਪਣਾ ਫਰਜ਼ ਪੂਰਾ ਨਹੀਂ ਕੀਤਾ, ਧਰਮ ਨਹੀਂ ਕਮਾਇਆ। ਤੋ ਕੁਦਰਤੀ ਗੱਲ ਹੈ, ਕਰਤੇ ਦੇ ਦਰਬਾਰ ਵਿੱਚ ਸ਼ੋਭਾ ਤਾਂ ਉਹਨਾਂ ਨੂੰ ਹੀ ਮਿਲਣੀ ਹੈ ਜਿਹੜੇ ਜੋ ਕੰਮ ਕਰਨ ਆਏ ਸਨ, ਔਰ ਉਹਨਾਂ ਨੇ ਆਪਣਾ ਉਹ ਕੰਮ ਕਰ ਲਿਆ। ਤੋ ਇਹ ਪੰਜ ਜਨ ਹਨ, ਸੰਤ ਜਨ ਹਨ, ਜੋ ਸਭ ਦੇ ਸਾਹਮਣੇ ਪ੍ਰਤੱਖ ਹੋ ਕੇ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਸ਼ੋਭਾ ਪਾਉਂਦੇ ਹਨ। ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ, ਖਰੇ ਖਜ਼ਾਨਾ ਪਾਈਆਂ, ਖੋਟੇ ਸੱਟੀਆਂ ਬਾਹਰ ਵਾ। ਤੋ ਅਕਾਲ ਪੁਰਖ ਦੇ ਵਿੱਚ ਖਰੇ ਤੇ ਖੋਟੇ ਦੀ ਪਰਖ ਹੋ ਜਾਣੀ ਹੈ, ਤੇ ਜਿਹੜੇ ਖਰੇ ਹਨ ਉਹ ਪ੍ਰਵਾਨ ਹੋ ਜਾਂਦੇ ਹਨ। ਉਹਨਾਂ ਨੂੰ ਉਹ ਦਰਜਾ ਦੇ ਦਿੱਤਾ ਜਾਂਦਾ ਹੈ ਜਿਹਦੇ ਨਾਲ ਉਹ ਇੱਜ਼ਤ ਪਾਉਂਦੇ ਹਨ ਅਕਾਲ ਪੁਰਖ ਦੇ ਦਰਬਾਰ ਵਿੱਚ। ਪਰ ਇਸ ਦਾ ਅਰਥ ਕੀ ਹੈ ਕਿ ਕੀ ਅਸੀਂ ਆਪਣੇ ਬਲ ਦੇ ਉੱਤੇ ਅਸੀਂ ਉਸ ਅਕਾਲ ਪੁਰਖ ਤੋਂ ਪ੍ਰਵਾਨਗੀ ਲੈ ਸਕਦੇ ਹਾਂ? ਮਤਾ ਅਸੀਂ ਇਹ ਸਮਝੀਏ ਕਿ ਮੈਂ ਇਸ ਢੰਗ ਨਾਲ ਧਰਮ ਕਮਾਇਆ ਹੈ, ਮੈਂ ਇਹ ਕੰਮ ਕੀਤੇ ਹਨ, ਮੇਰੇ ਇਹ ਕਰਮ ਹਨ, ਤਾਂ ਮੈਂ ਤਾਂ ਉੱਥੇ ਜਾ ਕੇ ਪ੍ਰਵਾਨ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੋ ਹੀ ਜਾਵਾਂਗਾ, ਪੰਚ ਸਦਾਇਆ ਜਾਵਾਂਗਾ, ਉੱਥੇ ਸ਼ੋਭਾ ਪਾਵਾਂਗਾ। ਸਤਿਗੁਰੂ ਜੀ ਕਹਿੰਦੇ ਹਨ ਕਿ ਨਦਰੀ ਕਰਮ ਪਵੈ ਨੀਸਾ। ਨਦਰੀ ਕਰਮ ਦਾ ਭਾਵ ਹੈ, ਨਦਰੀ ਭਾਵ ਅਕਾਲ ਪੁਰਖ, ਤੇ ਕਰਮ ਭਾਵ ਉਸ ਦੀ ਬਖਸ਼ਿਸ਼ ਦੇ ਨਾਲ। ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਪਵੈ ਨਿਸ਼ਾਨ,
ਉਹਦੇ ਉੱਤੇ ਨਿਸ਼ਾਨ ਪੈ ਜਾਂਦਾ ਹੈ, ਭਾਵ ਉਹ ਚਿੰਨ੍ਹ ਲੱਗ ਜਾਂਦਾ ਹੈ ਜੋ ਵਡਿਆਈ ਦਾ ਚਿੰਨ੍ਹ ਹੈ। ਆਮ ਭਾਸ਼ਾ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਉਹਦਾ ਮੱਥਾ ਚਮਕਣ ਲੱਗ ਪੈਂਦਾ ਹੈ, ਕਿਉਂਕਿ ਉਹਦੇ ਮੱਥੇ ਤੇ ਸ਼ੋਭਾ ਵਾਲਾ ਨਿਸ਼ਾਨ ਪੈ ਜਾਂਦਾ ਹੈ। ਤੋ ਨਦਰੀ ਕਰਮ ਪਵੈ ਨਿਸ਼ਾਨ। ਤੋ ਅਜਿਹੇ ਜਿਹੜੇ ਪੰਜ ਜਨ ਹਨ ਜਿਨ੍ਹਾਂ ਨੇ ਇਸ ਧਰਮਸ਼ਾਲ ਦੇ ਵਿੱਚ ਆ ਕੇ ਧਰਮ ਕਮਾਇਆ ਹੈ, ਅਜਿਹੇ ਪੰਜ ਜਨਾਂ ਤੇ ਪ੍ਰਵਾਨਗੀ ਦਾ, ਵਡਿਆਈ ਦਾ ਨਿਸ਼ਾਨ, ਨਿਸ਼ਾਨ ਦਾ ਅਰਥ ਹੈ ਮੋਹਰ। ਜਿਵੇਂ ਦਰਬਾਰਾਂ ਦੇ ਵਿੱਚ ਮੋਹਰ ਲੱਗਦੀ ਹੈ ਤੇ ਚੀਜ਼ ਪ੍ਰਵਾਨ ਹੋ ਜਾਂਦੀ ਹੈ, ਮੰਨੀ ਜਾਂਦੀ ਹੈ, ਉਹਦੀ ਵੈਲਿਊ ਹੋ ਜਾਂਦੀ ਹੈ, ਉਹਦੀ ਇੱਜ਼ਤ ਬਣ ਜਾਂਦੀ ਹੈ। ਇਸ ਤਰ੍ਹਾਂ ਅਕਾਲ ਪੁਰਖ ਦੀ ਮਿਹਰ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਇਹ ਨਿਸ਼ਾਨ ਜਿਹੜਾ ਹੈ, ਇਹ ਸਤਿਕਾਰ ਦਾ ਨਿਸ਼ਾਨ, ਸ਼ੋਭਾ ਦਾ ਨਿਸ਼ਾਨ, ਇਹ ਪ੍ਰਾਪਤ ਹੁੰਦਾ ਹੈ। ਕਿਉਂਕਿ ਇਹ ਫੈਸਲਾ ਤਾਂ ਉੱਥੇ ਹੀ ਹੋਣਾ ਹੈ ਕਿ ਔਰ ਉੱਥੇ ਹੋਣਾ ਹੈ ਤੇ ਸਾਡੇ ਜ਼ੋਰ ਤੇ ਨਹੀਂ ਹੋਣਾ। ਇਹ ਫੇਰ ਵੀ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਹੀ ਸਾਡੀ ਉੱਥੇ ਪ੍ਰਵਾਨਗੀ ਹੋਣੀ ਹੈ, ਸਾਨੂੰ ਉੱਥੇ ਸ਼ੋਭਾ ਮਿਲਣੀ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਸਾਡੇ ਲਈ ਇਹ ਲਾਜ਼ਮੀ ਹੈ ਕਿ ਅਸੀਂ ਧਰਮਸ਼ਾਲ ਦੇ ਵਿੱਚ ਆਏ ਹਾਂ, ਆਪਣਾ ਧਰਮ ਕਮਾਈਏ। ਬਾਕੀ ਉਸ ਦੀ ਮਿਹਰ, ਉਹਦੀ ਕਰਮ, ਉਹਦੀ ਬਖਸ਼ਿਸ਼ ਦੇ ਨਾਲ ਹੀ ਇਹ ਪ੍ਰਾਪਤੀ ਹੋਣੀ ਹੈ। ਕੱਚ ਪਕਾਈ ਉੱਥੇ ਪਾਏ। ਕੱਚ ਦਾ ਭਾਵ ਹੈ ਕਚਿਆਈ ਤੇ ਪਕਾਈ ਦਾ ਭਾਵ ਹੈ ਪਕਿਆਈ। ਉੱਥੇ ਜਿਸ ਦਰਗਾਹ ਦੀ, ਦਰਬਾਰ ਦੀ ਗੱਲ ਹੋ ਰਹੀ ਹੈ, ਅਕਾਲ ਪੁਰਖ ਦੀ ਦਰਗਾਹ ਵਿੱਚ ਪਾਏ ਭਾਵ ਪਾਈ ਜਾਂਦੀ ਹੈ। ਪਾਈ ਜਾਂਦੀ ਦਾ ਭਾਵ ਪਤਾ ਲੱਗਦੀ ਹੈ, ਪਤਾ ਕੀਤੀ ਜਾਂਦੀ ਹੈ। ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਕੱਚ ਪਕਾਈ ਉੱਥੇ ਪਾਏ। ਕੱਚਾ ਤੇ ਪੱਕਾ ਕੌਣ ਹੈ, ਇਹ ਤਾਂ ਉੱਥੇ ਹੀ ਪਤਾ ਲੱਗੇਗਾ। ਭਾਵ ਇਸ ਜਗਤ ਦੇ ਵਿੱਚ ਜੋ ਵਰਤ ਰਿਹਾ ਹੈ, ਜੋ ਅਸੀਂ ਜਗਤ ਦੇ ਸਾਹਮਣੇ ਆਪਣਾ ਨਕਸ਼ਾ ਬਣਾਇਆ ਹੈ, ਜਾਂ ਜਿਸ ਨਜ਼ਰ ਨਾਲ ਜਗਤ ਸਾਨੂੰ ਦੇਖ ਰਿਹਾ ਹੈ, ਉਹ ਇਹ ਗੱਲ ਨਹੀਂ ਦੱਸ ਸਕਦਾ ਕਿ ਕੌਣ ਕੱਚਾ ਹੈ ਤੇ ਕੌਣ ਪੱਕਾ, ਕੌਣ ਛੋਟਾ ਹੈ, ਕੌਣ ਵੱਡਾ, ਕੌਣ ਧਰਮੀ ਹੈ, ਕੌਣ ਅਧਰਮੀ ਹੈ, ਕੌਣ ਉੱਤਮ ਹੈ, ਕੌਣ ਨੀਚ ਹੈ। ਤਾਂ ਫਿਰ ਪਤਾ ਕਿਵੇਂ ਲੱਗੇ? ਇਹ ਜਗਤ ਦੀਆਂ ਕਸਵੱਟੀਆਂ ਜਿਹੜੀਆਂ ਨੇ ਇਹ ਦੱਸ ਨਹੀਂ ਸਕਦੀਆਂ ਕਿ ਇਹਦੇ ਵਿੱਚ ਅਸੀਂ ਕੀ, ਸਾਡਾ ਅਸਲੀਅਤ ਦੇ ਵਿੱਚ ਸਾਡਾ ਕੀ ਸਟੇਟਸ ਹੈ, ਅਸੀਂ ਕੱਚੇ ਹਾਂ ਜਾਂ ਪੱਕੇ ਹਾਂ। ਕਿਉਂਕਿ ਇੱਥੇ ਤਾਂ ਪਰਖ ਕਰਨ ਵਾਲੇ ਵੀ ਅਧੂਰੇ ਹਨ, ਉਨੇ ਹਨ। ਇੱਥੇ ਪਰਖ ਕਰਨ ਦੀਆਂ ਕਸਵੱਟੀਆਂ ਵੀ ਅਧੂਰੀਆਂ ਤੇ ਉਨੀਆਂ ਹਨ, ਕੰਪਰੋਮਾਈਜ਼ਡ ਹਨ। ਤੇ ਤਕੜੀਆਂ ਵੀ ਜਿਨ੍ਹਾਂ ਨੇ ਤੋਲਣਾ ਹੈ ਉਹ ਵੀ ਝੂਠੀਆਂ ਹਨ। ਤਾਂ ਇਸ ਜਗਤ ਦੇ ਵਿੱਚ ਕਿਸੇ ਨੂੰ ਕੋਈ ਕਿੰਨਾ ਉੱਤਮ, ਵੱਡਾ, ਧਰਮੀ ਕਿਉਂ ਨਾ ਖਵਾ ਲੈ, ਕਿਉਂ ਨਾ ਜਗਤ ਉਹਨੂੰ ਕਹੀ ਜਾਵੇ, ਕਿਉਂ ਨਾ ਵੱਡੇ ਵੱਡੀਆਂ ਸਟੇਜਾਂ ਤੇ ਉਹਨੂੰ ਸਨਮਾਨ ਮਿਲਦਾ ਰਹੇ, ਅਨਾਉਂਸਮੈਂਟਾਂ ਹੁੰਦੀਆਂ ਰਹਿਣ, ਪਰ ਇਹ ਤਾਂ ਸਭ ਝੂਠਾ ਹੀ ਹੈ। ਕਿਉਂਕਿ ਫੈਸਲਾ ਕਰਨ ਵਾਲੇ ਵੀ ਝੂਠੇ ਹਨ, ਉਹ ਦਰਬਾਰ ਵੀ ਝੂਠੇ ਹਨ, ਤੇ ਉਹ ਸਟੇਜਾਂ ਵੀ ਝੂਠੀਆਂ ਹਨ ਜਿੱਥੇ ਸਨਮਾਨ ਦਿੱਤੇ ਜਾਂਦੇ ਹਨ। ਕੱਚੇ ਪੱਕੇ ਦਾ ਪਤਾ, ਭਾਵ ਕਿ ਕਿਸ ਨੇ ਧਰਮ ਕਮਾਇਆ ਹੈ, ਕਿਸ ਨੇ ਨਹੀਂ ਕਮਾਇਆ, ਕਿਸ ਨੇ ਆਪਣੇ ਫਰਜ਼ ਪੂਰੇ ਕੀਤੇ ਹਨ, ਕਿਸ ਨੇ ਨਹੀਂ ਪੂਰੇ ਕੀਤੇ, ਇਹਦਾ ਪਤਾ ਜੋ ਹੈ ਉਹ ਤਾਂ ਸਿਰਫ ਉਸ ਸੱਚਾ ਆਪ, ਸੱਚਾ ਦਰਬਾਰ, ਉਸੇ ਦੀ ਕਚਹਿਰੀ ਦੇ ਵਿੱਚ ਪਤਾ ਲੱਗ ਸਕਦਾ ਹੈ। ਇਸ ਦੁਨੀਆ ਦੇ ਵਿੱਚ ਸਾਨੂੰ ਕੀ ਸਮਝਿਆ ਜਾਂਦਾ ਹੈ ਤੇ ਕੀ ਜਾਣਿਆ ਜਾਂਦਾ ਹੈ, ਕੀ ਸਾਨੂੰ ਨਾਮ ਦਿੱਤੇ ਜਾਂਦੇ ਹਨ, ਲਕਬ ਦਿੱਤੇ ਜਾਂਦੇ ਹਨ, ਇਹ ਸਾਡਾ ਕੀ ਸਟੇਟਸ ਹੈ, ਉਹਦਾ ਕੋਈ ਅਰਥ ਨਹੀਂ। ਇਹ ਪਰਖ ਹੋਣ ਦੀ ਤਾਂ ਜਗ੍ਹਾ ਹੀ ਉਹ ਹੈ। ਇਹ ਜਗਤ ਦੂਜੇ ਪਾਸੇ ਦੇਖੀਏ, ਇਹ ਫੈਸਲੇ ਕਰਨ ਲਈ ਨਹੀਂ ਹੈ। ਇਹ ਤਾਂ ਜਗਤ ਜੋ ਹੈ ਇਹ ਧਰਮਸ਼ਾਲ ਹੈ ਜਿੱਥੇ ਅਸੀਂ ਧਰਮ ਕਮਾਉਣਾ ਹੈ। ਇੱਥੇ ਸਰਟੀਫਿਕੇਸ਼ਨਸ ਲੈਣ ਵੱਲ ਜੇ ਅਸੀਂ ਸੋਚਣ ਲੱਗ ਪਈਏ ਤਾਂ ਫਿਰ ਧਰਮ ਕਿਵੇਂ ਕਮਾਵਾਂਗੇ? ਇਹ ਤਾਂ ਧਰਮ ਕਮਾਉਣ ਦੀ ਜਗ੍ਹਾ ਹੈ, ਉਹਦਾ ਫਲ ਲੈਣ ਦੀ ਜਗ੍ਹਾ ਨਹੀਂ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਗਿਆ ਜਾਪੈ ਜਾਏ। ਅਕਾਲ ਪੁਰਖ ਦੇ ਦਰ ਦੇ ਉੱਤੇ ਹੀ ਜਾ ਕੇ, ਗਿਆ ਭਾਵ ਜਾ ਕੇ ਹੀ, ਜਾਪੈ ਜਾਏ। ਜਾਪੈ ਜਾਏ ਭਾਵੇਂ ਉੱਥੇ ਜਾਣਿਆ ਜਾ ਸਕਦਾ ਹੈ, ਉੱਥੇ ਪਤਾ ਲੱਗੇਗਾ, ਉੱਥੇ ਵੇਖਿਆ ਜਾਏਗਾ, ਉੱਥੇ ਉਹਦਾ ਨਿਰਣਾ ਹੋਏਗਾ ਕਿ ਕੌਣ ਕਿੱਥੇ ਹੈ, ਕੌਣ ਕੱਚਾ ਹੈ, ਕੌਣ ਪੱਕਾ ਹੈ, ਕੌਣ ਉੱਚਾ ਹੈ, ਕੌਣ ਨੀਵਾਂ ਹੈ। ਸੋ ਜਗਤ ਦੇ ਵਿੱਚ ਜੋ ਕਿਹਾ ਜਾਣਾ ਹੈ ਉਹ ਕੋਈ ਮੈਟਰ ਨਹੀਂ ਕਰਦਾ। ਜਗਤ ਵਿੱਚ ਭਾਵੇਂ ਕਿਸੇ ਨੂੰ ਵੱਡਾ ਧਰਮੀ ਕਿਹਾ ਜਾਵੇ, ਕਿਸੇ ਨੂੰ ਵੱਡਾ ਦਾਨੀ ਕਿਹਾ ਜਾਵੇ,
ਜਾਂ ਹੋਰ ਵੀ ਵੱਡਾ ਵਿਦਵਾਨ, ਵੱਡਾ ਕਥਾਕਾਰ, ਵੱਡਾ ਕੀਰਤਨੀਆ, ਅਸੀਂ ਕੁਝ ਵੀ ਕਿਸੇ ਨੂੰ ਲਕਬ ਦੇ ਲਈਏ, ਪਰ ਉਹਦੇ ਕਰਮ ਕੀ ਕਮਾਏ ਹਨ, ਇਹ ਤਾਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੀ ਉਹਦੀ ਪਰਖ ਹੋ ਸਕਦੀ ਹੈ। ਇੱਥੇ ਜੋ ਅਸੀਂ ਦੇਖਦੇ ਹਾਂ ਉਹਦਾ ਸਾਡੇ ਕੋਲ ਕੋਈ ਢੰਗ ਨਹੀਂ ਕਿ ਅਸੀਂ ਨਿਰਣਾ ਕਰ ਸਕੀਏ, ਤਾਂ ਇਸ ਜਗਤ ਦੇ ਵਿੱਚ ਇਹਦਾ ਨਿਰਣਾ ਨਹੀਂ ਹੋ ਸਕਦਾ। ਤਾਂ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਜੋ ਸਾਨੂੰ ਸਮਝ ਦਿੱਤੀ ਹੈ, ਜੋ ਉਪਦੇਸ਼ ਦਿੱਤਾ ਹੈ ਕਿ ਭਾਈ ਇਹ ਜੋ ਧਰਤੀ ਹੈ ਇਹ ਧਰਮ ਕਮਾਉਣ ਦੀ ਜਗ੍ਹਾ ਹੈ, ਆਪਣੇ ਫਰਜ਼ ਪੂਰੇ ਕਰਨ ਦੀ ਜਗ੍ਹਾ ਹੈ, ਆਪਣੇ ਕਰਮ ਕਰਨ ਦੀ ਜਗ੍ਹਾ ਹੈ। ਜਿਸ ਕਿਸਮ ਦੇ ਕਰਮ ਕਮਾਵਾਂਗੇ ਉਹਦੇ ਉੱਤੇ ਸਾਡਾ ਨਿਰਣਾ ਹੋਣਾ ਹੈ। ਤੋ ਜਦੋਂ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਧਰਤੀ ਦੇ ਉੱਤੇ ਅਸੀਂ ਕਰਨਾ ਕੀ ਹੈ, ਕਿਵੇਂ ਕਰਨਾ ਹੈ, ਕਿਸ ਢੰਗ ਨਾਲ ਕਰਨਾ ਹੈ, ਤਾਂ ਹੀ ਇਹ ਧਰਤੀ ਧਰਮਸ਼ਾਲ ਬਣਦੀ ਹੈ। ਤੇ ਇਸ ਗੱਲ ਦੇ ਵਿੱਚ ਵੀ ਪੈਣ ਦੀ ਕੋਈ ਲੋੜ ਨਹੀਂ ਕਿ ਇਸ ਜਗਤ ਦੇ ਵਿੱਚ ਸਾਨੂੰ ਕੀ ਕਿਹਾ ਜਾ ਰਿਹਾ ਹੈ। ਇਹ ਤਾਂ ਨਿਰਣਾ ਕਰਨ ਦੀ ਥਾਂ ਨਹੀਂ ਹੈ, ਇਹ ਸਿਰਫ ਧਰਮ ਕਮਾਉਣ ਦੀ ਥਾਂ ਹੈ। ਨਿਰਣਾ ਕਰਨ ਦੀ ਥਾਂ ਉਸ ਅਕਾਲ ਪੁਰਖ ਦਾ ਦਰਬਾਰ ਹੈ, ਜਿਹੜਾ ਸੱਚਾ ਹੈ, ਜਿੱਥੇ ਸੱਚ ਨਿਰਣਾ ਹੋਣਾ ਹੈ ਔਰ ਸੱਚਾ ਦਰਬਾਰ ਹੈ। ਔਰ ਉੱਥੇ ਸ਼ੋਭਾ ਪਾਉਣ ਵਾਲੇ ਨੂੰ ਹੀ ਪੰਚ ਕਿਹਾ ਜਾ ਸਕਦਾ ਹੈ, ਉਸੇ ਸ਼ੋਭਾ ਪਾਉਣ ਵਾਲੇ ਨੂੰ ਹੀ ਧਰਮੀ ਕਿਹਾ ਜਾ ਸਕਦਾ ਹੈ, ਸੰਤ ਕਿਹਾ ਜਾ ਸਕਦਾ ਹੈ। ਅਸੀਂ ਜੋ ਵੀ ਲਫ਼ਜ਼ ਵਰਤ ਲਈਏ, ਇਹ ਉੱਥੇ ਹੀ ਨਿਰਣਾ ਹੋਣਾ ਹੈ ਔਰ ਉੱਥੇ ਹੀ ਉਹਦੀ ਬਖਸ਼ਿਸ਼ ਦੇ ਨਾਲ ਹੀ ਇਹ ਪ੍ਰਵਾਨਗੀ ਦਾ ਨਿਸ਼ਾਨ, ਪ੍ਰਵਾਨਗੀ ਦੀ ਮੋਹਰ ਸਾਡੇ ਉੱਤੇ ਲੱਗਣੀ ਹੈ, ਉਸ ਤੋਂ ਬਿਨਾਂ ਨਹੀਂ ਲੱਗ ਸਕਦੀ। ਤੋ ਸਤਿਗੁਰੂ ਇੱਥੇ ਸਾਨੂੰ ਜੋ ਸਮਝ ਇਹ ਦੇ ਰਹੇ ਹਨ ਕਿ ਇਹ ਜੋ ਅਕਾਲ ਪੁਰਖ ਦੀ ਧਰਤੀ ਸਾਜੀ ਹੋਈ ਹੈ, ਜਦੋਂ ਅਸੀਂ ਆਪਣੀ ਸੋਚ ਇਹ ਡਿਵੈਲਪ ਕਰ ਲਵਾਂਗੇ ਕਿ ਅਸੀਂ ਇਸ ਧਰਮਸ਼ਾਲ ਦੇ ਵਿੱਚ ਆ ਕੇ ਧਰਮ ਕਮਾਉਣਾ ਹੈ, ਤਾਂ ਇਹ ਜੋ ਸਾਡੀ ਪਹਿਲੀ ਧਰਮ ਕਮਾਉਣ ਦੀ ਅਵਸਥਾ ਹੈ, ਉਸ ਅਕਾਲ ਪੁਰਖ ਦੇ ਵੱਲ ਜਾਣ ਦੀ ਇਹ ਪਹਿਲੀ ਪੌੜੀ ਹੈ ਕਿ ਸਾਨੂੰ ਇਹ ਪਹਿਲਾਂ ਸਮਝ ਡਿਵੈਲਪ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਜਗਤ ਵਿੱਚ ਆਏ ਹਾਂ, ਕਿਉਂ ਆਏ ਹਾਂ, ਇੱਥੇ ਕੀ ਕਰਨਾ ਹੈ। ਤਾਂ ਇਹ ਜੋ ਸਾਡੀ ਅਵਸਥਾ ਹੈ, ਇਸੇ ਨੂੰ ਹੀ ਸਤਿਗੁਰਾਂ ਨੇ ਧਰਮ ਖੰਡ ਦਾ ਨਾਮ ਦਿੱਤਾ ਹੈ। ਤੋ ਸਤਿਗੁਰਾਂ ਨੇ ਜੋ 5 ਖੰਡਾਂ ਦੀ ਵਿਆਖਿਆ ਕੀਤੀ ਹੈ, ਉਹ 4 ਪੌੜੀਆਂ ਦੇ ਵਿੱਚ ਕੀਤੀ ਹੈ। ਇਹ ਉਹਨਾਂ ਵਿੱਚੋਂ ਪਹਿਲੀ ਪੌੜੀ ਹੈ। ਜੋ 5 ਖੰਡਾਂ ਦੀ ਵਿਆਖਿਆ ਹੈ, ਇਹਦੇ ਬਾਰੇ ਸਾਡੇ ਵਿਦਵਾਨਾਂ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਮਤ ਹਨ। ਕੁਝ ਤਾਂ ਇਸ ਨੂੰ ਇੱਕ ਸਥੂਲ, ਜਿਹੜਾ ਇੱਕ ਲੋਕ ਮੰਨਦੇ ਹਨ, ਸਥਾਨ ਮੰਨਦੇ ਹਨ ਕਿ ਉਹ ਥਾਵਾਂ ਹਨ ਜਿੱਥੇ ਅਸੀਂ ਫਿਜ਼ੀਕਲੀ ਜਾਂਦੇ ਹਾਂ। ਕੁਝ ਇਸ ਨੂੰ ਸੂਖਮ ਰੂਪ ਦੇ ਵਿੱਚ ਮੰਨਦੇ ਹਨ ਕਿ ਹੈ ਤਾਂ ਥਾਵਾਂ ਹੀ, ਪਰ ਇਹ ਸਥੂਲ 5 ਤੱਤਾਂ ਦੀਆਂ ਥਾਵਾਂ ਨਹੀਂ ਹਨ, ਇਹ ਸੂਖਮ ਰੂਪ ਦੇ ਵਿੱਚ ਥਾਵਾਂ ਹਨ। ਪਰ ਬਹੁਤਾਤ ਜਿਹੜੇ ਹਨ ਉਹ ਇਹਨੂੰ ਅਵਸਥਾਵਾਂ ਗਿਣਦੇ ਹਨ, ਇਹਨੂੰ ਪੌੜੀਆਂ ਦੇ ਜੋ ਗਿਆਨ ਦਿੰਦੇ, ਪੌੜੀਆਂ ਦਾ ਨਾਮ ਦਿੰਦੇ ਹਨ। ਇਹਨਾਂ ਦੇ ਬਾਰੇ ਜਦੋਂ ਅਸੀਂ ਅਗਲੀ ਪੌੜੀ ਦੀ ਵਿਚਾਰ ਕਰਨੀ ਹੈ, ਉਦੋਂ ਅਸੀਂ ਇੱਕ ਸੰਖੇਪ ਵਿਚਾਰ ਇਸ ਦੇ ਬਾਰੇ ਵੀ ਕਰਾਂਗੇ ਕਿ 5 ਖੰਡਾਂ ਦੇ ਬਾਰੇ ਸਾਡੇ ਪੰਥ ਦੇ ਵਿੱਚ, ਸਾਡੇ ਵਿਦਵਾਨਾਂ ਦੇ ਵਿੱਚ ਕੀ ਵਿਚਾਰ ਹਨ, ਤਾਂ ਕਿ ਅਸੀਂ ਉਹਨਾਂ ਨੂੰ ਨਾਲ ਨਾਲ ਸਮਝੀਏ ਤੇ ਨਾਲ ਨਾਲ ਜੋ ਸਤਿਗੁਰਾਂ ਨੇ ਸਾਨੂੰ ਪ੍ਰੈਕਟੀਕਲ ਉਪਦੇਸ਼ ਦਿੱਤਾ ਹੈ ਉਹਦੇ ਉੱਤੇ ਅਮਲ ਕਰਨ ਜੋਗੇ ਬਣੀਏ, ਤਾਂ ਕਿ ਅਸੀਂ ਆਪਣੇ ਜੀਵਨ ਦਾ ਜੋ ਮਨੋਰਥ ਹੈ ਉਹਨੂੰ ਪੂਰਾ ਕਰਨ ਵੱਲ ਕੰਮ ਕਰਨਾ ਸ਼ੁਰੂ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਹ ਪੌੜੀ ਜੋ ਗੁਰੂ ਪਾਤਸ਼ਾਹ ਜੀ ਨੇ ਜਪ ਬਾਣੀ ਦੀ ਸਾਡੇ ਨਾਲ ਸਾਂਝੀ ਕੀਤੀ ਹੈ ਜਾਂ ਸਾਨੂੰ ਬਖਸ਼ਿਸ਼ ਕੀਤੀ ਹੈ, ਇਹ ਪਿਛਲੀ ਪੌੜੀ ਦੀ ਆਖਰੀ ਪੰਕਤੀ ਨੂੰ ਸਮਝਣ 'ਚ ਬਹੁਤ ਸਹਾਈ ਹੁੰਦੀ ਹੈ। ਪਿਛਲੀ ਪੌੜੀ ਦੀ ਆਖਰੀ ਪੰਕਤੀ ਵਿੱਚ ਨਾਨਕ ਉੱਤਮ ਨੀਚ ਨਾ ਕੋਏ ਦਾ ਇੱਕ ਸ਼ਬਦ ਆਇਆ ਸੀ, ਜਿੱਥੋਂ ਭੁਲੇਖਾ ਆਮ ਜਗਿਆਸੂ ਨੂੰ ਪੈ ਜਾਂਦਾ ਹੈ ਵੀ ਜੇ ਉੱਤਮ ਨੀਚ ਦੀ ਗੱਲ ਹੀ ਕੋਈ ਨਹੀਂ ਤੇ ਫਿਰ ਕੀ ਲੋੜ ਹੈ ਕਰਮ ਕਰਨ ਦੀ, ਕੀ ਲੋੜ ਹੈ ਚੰਗੇ ਕੰਮ ਕਰਨ ਦੀ, ਕੀ ਲੋੜ ਹੈ ਧਰਮੀ ਬਣਨ ਦੀ। ਜੇ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਫਿਰ ਅਸੀਂ ਕੀ ਕਰਨਾ ਹੈ। ਇਹ ਉੱਤਮ ਨੀਚ ਦੀ ਗੱਲ ਸਮਝਣ ਦੇ ਲਈ ਧਰਤੀ ਧਰਮਸ਼ਾਲ ਦੀ ਗੱਲ ਸਮਝਣੀ ਬੜੀ ਜ਼ਰੂਰੀ ਹੈ। ਪ੍ਰਭੂ ਦੀ ਆਪਣੀ ਸ਼ਕਤੀ ਨਾਲ ਉਹਨੇ ਕੁਦਰਤ ਦਾ ਇਹ ਨਿਰਮਾਣ ਕੀਤਾ। ਉਸਨੇ ਹਰ ਵਿੱਚ ਸ਼ਕਤੀ ਰੱਖੀ ਹੈ। ਪਰਮੇਸ਼ਰ ਨੇ ਆਪਣੇ ਜ਼ੋਰ ਨਾਲ ਉਸਨੇ ਕਿਸੇ ਨੂੰ ਉੱਤਮ ਨੀਚ ਨਹੀਂ ਬਣਾਇਆ। ਗੱਲ ਜਿਹੜੀ ਸਮਝਣ ਦੀ ਲੋੜ ਹੈ ਇਸ ਪੌੜੀ ਤੋਂ, ਜੋ ਸਾਨੂੰ ਹੋਰ ਸੇਧ ਮਿਲਦੀ ਹੈ
ਉਹ ਕਲੈਰਿਟੀ ਹੈ ਜੋ ਪਿਛਲੀ ਆਖਰੀ ਪੰਕਤੀ ਵਿੱਚ ਸਾਨੂੰ ਦਿੱਤੀ, ਅੱਜ ਖੁੱਲ ਕੇ ਕਲੈਰਿਟੀ ਉਹਦੀ ਸਾਹਮਣੇ ਆ ਗਈ। ਪ੍ਰਭੂ ਨੇ ਮਨੁੱਖ ਬਣਾਇਆ, ਨਾ ਕੋਈ ਭਗਤ ਬਣਾਇਆ ਸੀ, ਨਾ ਕੋਈ ਡਾਕੂ ਬਣਾਇਆ ਸੀ। ਹੁਣ ਭਗਤ ਤੇ ਡਾਕੂ ਮਨੁੱਖ ਆਪਣੇ ਕਰਮ ਅਨੁਸਾਰ ਬਣਦਾ ਹੈ, ਕੀ ਕਰਦਾ ਹੈ। ਨਾ ਉਹਨੇ ਕੋਈ ਚੋਰ ਬਣਾਇਆ, ਨਾ ਸਾਧ ਬਣਾਇਆ। ਕਬੀਰ ਧਰਤੀ ਸਾਧ ਕੀ, ਤਸਕਰ ਬੈਸੇ ਜਗਾ। ਧਰਤੀ ਤਾਂ ਸਾਧ ਦੀ ਸੀ, ਪਰ ਇੱਥੇ ਡਾਕੂ ਵੀ ਪੈਦਾ ਹੋ ਗਏ। ਕੋਈ ਚੀਜ਼ ਉਹਨੇ ਮਾੜੀ ਚੰਗੀ ਨਹੀਂ ਸੀ ਬਣਾਈ, ਧਰਤੀ ਦੀ ਧਰਤੀ ਬਣਾ ਦਿੱਤੀ। ਧਰਤੀ ਦੇ ਦੇਖੋ, ਧਰਤੀ ਦੇ ਹਿੱਸੇ ਨੂੰ ਵਰਤਣਾ ਕਿਵੇਂ ਹੈ। ਕਿਸੇ ਨੇ ਇਸ ਧਰਤੀ ਦੇ ਉੱਤੇ ਗੰਦਗੀ ਦਾ ਢੇਰ ਲਾ ਦਿੱਤਾ, ਹੈ ਤਾਂ ਧਰਮਸ਼ਾਲ ਬਣਾਈ ਸੀ, ਪਰ ਜੇ ਗੰਦਗੀ ਦੇ ਢੇਰ ਦੇ ਕੋਲ ਲੰਘਾਂਗੇ ਤਾਂ ਬਦਬੂ ਆਏਗੀ। ਗੰਦਗੀ ਦੇ ਢੇਰ ਕਦੀ ਖੁਸ਼ਬੂ ਤਾਂ ਦਿੰਦਾ ਨਹੀਂ। ਹਾਂ, ਕਿਸੇ ਨੇ ਇਸ ਧਰਤੀ ਤੇ ਫੁਲਵਾੜੀ ਲਾ ਲਈ, ਫੁੱਲਾਂ ਦੀ ਫੁਲਵਾੜੀ ਨਾਲ ਲਾ ਲਈ, ਤੇ ਉਹ ਫੁੱਲਾਂ ਦੀ ਜਦੋਂ ਕੋਲੋਂ ਲੰਘਾਂਗੇ ਤਾਂ ਖੁਸ਼ਬੂ ਆਏਗੀ। ਪੱਕੀ ਗੱਲ ਹੈ ਕਿ ਧਰਤੀ ਉਹੀ ਹੈ, ਧਰਤੀ ਫਰਕ ਨਹੀਂ ਸੀ। ਇਨਸਾਨ ਦੇ ਕਿਹੋ ਜੀ ਉਸ ਧਰਤੀ ਦੀ ਵਰਤੋਂ ਕੀਤੀ, ਸਾਰੀ ਗੱਲ ਉਹਦੇ ਤੇ ਡਿਪੈਂਡ ਹੋਈ। ਜੇ ਉਹਨੇ ਗੰਦਗੀ ਦਾ ਢੇਰ ਲਾਇਆ ਤੇ ਬਦਬੂ ਫੈਲ ਗਈ, ਜੇ ਉਹਨੇ ਫੁੱਲਾਂ ਦੀ ਫੁਲਵਾੜੀ ਬਣਾ ਦਿੱਤੀ, ਉਹਤੇ ਖੁਸ਼ਬੂ ਆ ਗਈ। ਵਾਹਿਗੁਰੂ ਨੇ ਪਾਣੀ ਬਣਾਇਆ, ਇੱਕ ਪਾਣੀ ਗੁਰੂ ਲੈਂਦਾ ਤੇ ਗੁਰੂ ਉਹਦੇ ਵਿੱਚ ਅੰਮ੍ਰਿਤ ਤਿਆਰ ਕਰਦਾ, ਅੰਮ੍ਰਿਤ ਦਾ ਬਾਟਾ ਹੋ ਜਾਂਦਾ। ਤੇ ਇੱਕ ਪਾਣੀ ਕੋਈ ਗੰਗਾ ਤੋਂ ਲੈ ਕੇ ਆ ਜਾਏ, ਪਵਿੱਤਰ ਜਲ ਲੈ ਆਵੇ, ਤੇ ਉਸ ਗੰਗਾ ਦੇ ਜਲ ਤੋਂ ਪਾਣੀ ਲਿਆ ਕੇ ਕੋਈ ਸ਼ਰਾਬ ਬਣਾ ਲਵੇ, ਤੇ ਉਹ ਅੰਮ੍ਰਿਤ ਅੰਮ੍ਰਿਤ ਰਹੇਗਾ, ਸ਼ਰਾਬ ਸ਼ਰਾਬ ਰਹੇਗੀ। ਪਾਣੀ ਪਾਣੀ ਹੈ, ਪਾਣੀ ਦੀ ਵਰਤੋਂ ਕਿਵੇਂ ਹੋਈ, ਸਾਰੀ ਗੱਲ ਇਹ ਤੇ ਡਿਪੈਂਡ ਕਰਦੀ ਹੈ। ਪਾਣੀ ਪਾਣੀ ਸੀ, ਇੱਕ ਪਾਣੀ ਅੰਮ੍ਰਿਤ ਬਣਿਆ, ਇੱਕ ਪਾਣੀ ਸ਼ਰਾਬ ਬਣ ਗਈ। ਹੁਣ ਭਗਤ ਰਵਿਦਾਸ ਜੀ ਤਾਂ ਕਹਿੰਦੇ ਨੇ ਗੰਗਾ ਦੇ ਪਾਣੀ ਤੋਂ ਲਿਆ ਕੇ ਹੋਏ ਬਣਾਈ ਹੋਈ ਸ਼ਰਾਬ ਵੀ ਬਣਾ ਲਈ ਜਾਏ, ਸੰਤ ਜਨ ਉਹਨੂੰ ਕਦੀ ਪਾਰ ਨਹੀਂ ਕਰਦੇ, ਕਦੀ ਪੀਂਦੇ ਨਹੀਂ ਆ। ਮੈਨੂੰ ਸ਼ਬਦ ਤਾਂ ਯਾਦ ਨਹੀਂ ਹੈ, ਲੇਕਿਨ ਅਰਥ ਭਾਵ ਯਾਦ ਨੇ ਵੀ ਸੰਤ ਜਨ ਕਰਤ ਨਹੀਂ ਪਾਨੰਗ ਦਾ ਉਹਦੀ ਪੰਕਤੀ ਆਉਂਦੀ ਹੈ ਵੀ ਉਹ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਸੰਤ ਜਨ ਉਹਨੂੰ ਕਦੀ ਪਾਨ ਨਹੀਂ ਕਰਦੇ। ਕਿਉਂ? ਕਿਉਂਕਿ ਬਣੀ ਤੋਂ ਵੀ ਪਾਣੀ ਤੋਂ ਸੀ, ਪਰ ਉਹ 'ਚ ਠੀਕ ਨਹੀਂ ਸੀ। ਉਹ ਇੱਕ ਅੰਮ੍ਰਿਤ ਸੀ, ਇੱਕ ਜ਼ਹਿਰ ਸੀ। ਗੁਰੂ ਨੇ ਉਸੇ ਪਾਣੀ ਤੋਂ ਅੰਮ੍ਰਿਤ ਬਣਾ ਕੇ ਜੀਵਨ ਬਖਸ਼ ਦਿੱਤਾ, ਤੇ ਕਿਸੇ ਨੇ ਸ਼ਰਾਬ ਬਣਾ ਕੇ ਉਹ ਮੌਤ ਬਖਸ਼ ਦਿੱਤੀ, ਮੌਤ ਬਣਾ ਲਈ। ਗੱਲ ਤਾਂ ਵਰਤੋਂ ਤੇ ਡਿਪੈਂਡ ਕੀਤੀ ਨਾ, ਤੇ ਉਹਨੇ ਵਰਤੋਂ ਕਿਸ ਤਰ੍ਹਾਂ ਦੀ ਕੀਤੀ। ਦੇਖੋ, ਉੱਤਮ ਨੀਚ ਬਣਾਉਂਦਾ ਕਿਉਂ ਹੈ? ਗੁਰੂ ਨੇ ਸਾਨੂੰ ਜੀਵਨ ਰੂਪੀ ਇਹ ਤੋਹਫਾ ਬਖਸ਼ਿਆ। ਗੁਰੂ ਨੇ ਸਾਨੂੰ ਜੀਵਨ ਰੂਪੀ ਤੋਹਫਾ ਬਖਸ਼ਿਆ। ਪ੍ਰਮਾਣ ਆਪ ਜੀ ਦੇ ਸਾਹਮਣੇ ਹੈ, ਆਪ ਜੀ ਇੱਥੋਂ ਪੜ੍ਹ ਸਕਦੇ ਹੋ ਵੀ ਗੁਰੂ ਨੇ ਜੀਵਨ ਰੂਪੀ ਤੋਹਫਾ ਬਖਸ਼ਿਆ ਸਾਨੂੰ। ਤੇ ਇਹ ਫੈਸਲਾ ਦੇਖੋ, ਗੁਰੂ ਪਾਤਸ਼ਾਹ ਜੀ ਨੇ ਇਹਦੀ ਵਰਤੋਂ ਜਿਹੜੀ ਹੈ ਉੱਤਮ ਤੇ ਨੀਚ ਬਣਾਉਂਦੀ ਹੈ ਇਸ ਤੋਹਫੇ ਦੀ। ਉੱਤਮ ਬਣਾਉਣ ਦੇ ਲਈ ਗੁਰੂ ਨੇ ਧਰਤੀ ਧਰਮਸ਼ਾਲ ਬਣਾ ਦਿੱਤੀ। ਹੁਣ ਧਰਮ ਕਮਾਉਣ ਲਈ ਬਣਾਈ ਹੈ। ਜਿਹੜੀ ਗੱਲ ਸਾਰੀ ਜਿੰਨੀ ਸੋਹਣੀ ਆਪਾਂ ਗੱਲ ਸੁਣੀ ਹੈ ਵੀਰ ਪ੍ਰਭ ਕੀਰਤਨ ਸਿੰਘ ਜੀ ਪਾਸੋਂ, ਵੀ ਸਾਧਨ ਵੀ ਉਹਨੇ ਇੱਕੋ ਜਿਹੇ ਦਿੱਤੇ। ਫਿਰ ਉਹਨੇ ਧਰਮਸ਼ਾਲ ਇਸ ਧਰਤੀ ਨੂੰ ਧਰਮ ਕਮਾਉਣ ਦੀ ਥਾਂ ਦੇਵੇ ਕਿ ਸਰਾਂ ਹੁੰਦੀ ਹੈ ਨਾ, ਸਰਾਂ, ਗੈਸਟ ਹਾਊਸ, ਰੈਸਟ ਹਾਊਸ ਅਸੀਂ ਕਹਿੰਦੇ ਹਾਂ। ਅਸੀਂ ਕਹਿੰਦੇ ਪਹਿਲਾਂ ਸੋਚਦੇ ਯਾਰ ਉਹ ਸਰਾਂ ਵਿੱਚ ਕੋਈ ਪੱਖਾ ਲੱਗਾ, ਕੋਈ ਏਸੀ ਲੱਗਾ, ਉੱਥੇ ਲਾਈਟ ਦੀ ਹੈ ਕਮਰਾ, ਉੱਥੇ ਲੈਣਾ ਜਿੱਥੇ ਸਾਰੀਆਂ ਸਹੂਲਤਾਂ ਹੋਣ। ਉਹ ਭਲਿਆ ਦੇਖ, ਤੇਰੇ ਗੁਰੂ ਨੇ ਜਿਹੜੀ ਧਰਤੀ ਤੈਨੂੰ ਦਿੱਤੀ ਹੈ ਉੱਥੇ ਤਾਂ ਸਾਰੀਆਂ ਸਹੂਲਤਾਂ ਦੇ ਦਿੱਤੀਆਂ। ਉੱਥੇ ਕੀ ਦਿੱਤਾ? ਰਾਤੀ, ਰੁੱਤੀ, ਥਿੱਤੀ, ਵਾਰ, ਕਿਆ ਕਮਾਲ ਦਾ ਤੋਹਫੇ ਤੈਨੂੰ ਬਖਸ਼ੇ ਨੇ। ਪਰਮੇਸ਼ਰ ਨੇ ਰਾਤਾਂ, ਰੁੱਤਾਂ, ਥਿੱਤਾਂ, ਵਾਰਾਂ, ਪੌਣ, ਪਾਣੀ, ਅਗਨੀ, ਇਹ ਸਭ ਜੀਵਾਂ ਦੇ ਧਰਮ ਕਮਾਉਣ ਲਈ ਦਿੱਤੀਆਂ। ਹੁਣ ਪਾਣੀ ਦਿੱਤਾ, ਇਹਦੀ ਵਰਤੋਂ ਕਿਵੇਂ ਕਰਨੀ ਹੈ ਤੇਰੇ ਹੱਥ 'ਚ ਹੈ। ਉਹਨੇ ਰੁੱਤਾਂ ਬਣਾਈਆਂ, ਰੁੱਤਾਂ ਵਿੱਚ ਤੂੰ ਕੀ ਕਰਨਾ ਹੈ? ਅਸੀਂ ਤਾਂ ਹੀ ਕਹਿੰਦੇ ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਸੋਈ ਦਿਵਸ ਸੁਹਾਵੜਾ ਭਾਈ। ਇਹ ਕਿਉਂ ਪ੍ਰਮਾਣ ਵਰਤਦੇ ਆ, ਕਿਉਂ ਚੰਗਾ ਸੁਹਾਵੜਾ ਕਹਿੰਦੇ ਆ? ਕਿਉਂਕਿ ਉਹਦੀ ਵਰਤੋਂ ਸੁਚੱਜੀ ਹੋ ਰਹੀ ਹੈ। ਦਿਨ ਰਾਤ ਦੀ ਜੇ ਵਰਤੋਂ ਸੁਚੱਜੀ ਨਹੀਂ ਹੋਈ ਤੇ ਦਿਨ ਰਾਤ ਵੇਸਟ ਨੇ। ਜੇ ਦਿਨ ਰਾਤ ਇਸ ਵਰਤੋਂ ਸੁਚੱਜੀ ਹੋ ਜਾਏ, ਉਹ ਦਿਨ ਰਾਤ ਮੁਬਾਰਕ ਨੇ। ਬਿਲਕੁਲ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ
ਧਰਮ ਕਮਾਉਣ ਲਈ ਤੈਨੂੰ ਇਹ ਸਾਧਨ ਤਾਂ ਉਹਨੇ ਦਿੱਤੇ, ਸਾਰਿਆਂ ਨੂੰ ਦਿੱਤੇ ਨੇ, ਉਹਨੇ ਕੋਈ ਵਿਤਕਰਾ ਨਹੀਂ ਕੀਤਾ। ਦੇਣ ਲੱਗਿਆ ਉਹਨੇ ਹਵਾ ਦਾ, ਪਾਣੀ ਦਾ, ਅੱਗ ਦਾ, ਰਾਤਾਂ ਰੁੱਤਾਂ ਥਿੱਤਾਂ, ਇਹ ਚੋਰ ਲਈ ਵੀ ਬਣੀਆਂ, ਡਾਕੂ ਲਈ ਵੀ ਬਣੀਆਂ। ਪਰ ਭਲਿਆ ਦੇਖ ਤਾਂ ਸਹੀ, ਇਹ ਤਾਂ ਬੰਦਗੀ ਲਈ ਤੈਨੂੰ ਇੱਕ ਮਾਲਕ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਤੈਨੂੰ ਤਾਂ ਉਹਨੇ ਰੱਖੀਆਂ ਹੋਈਆਂ, ਉਹਨੇ ਬਣਾ ਕੇ ਸਾਰੀਆਂ ਸਹੂਲਤਾਂ ਤੇਰੇ ਲਈ ਦਿੱਤੀਆਂ। ਧਰਮ ਕਮਾਉਣ ਦੇ ਲਈ ਸਹੂਲਤਾਂ ਚਾਹੀਦੀਆਂ ਸੀ, ਸਾਰੀਆਂ ਉਹਨੇ ਬਣਾ ਕੇ ਰੱਖ ਦਿੱਤੀਆਂ। ਕੋਈ ਕਮੀ ਤਾਂ ਛੱਡੀ ਨਹੀਂ ਉਸ ਮਾਲਕ ਨੇ, ਉਸ ਪਰਮੇਸ਼ਰ ਨੇ ਕੋਈ ਕਮੀ ਨਹੀਂ ਛੱਡੀ, ਸਾਰਾ ਪ੍ਰਬੰਧ ਕਰ ਦਿੱਤਾ ਜੋ ਤੈਨੂੰ ਚਾਹੀਦਾ ਸੀ। ਪਰ ਹੁਣ ਤੂੰ ਇਹਦੀ ਵਰਤੋਂ ਕਿਵੇਂ ਕਰੇਗਾ? ਧਰਤੀ ਦੀ ਸਿਕਦਾਰੀ ਵੀ ਤੈਨੂੰ ਬਖਸ਼ ਦਿੱਤੀ ਹੈ, ਇਹ ਵੀ ਨਹੀਂ ਬਖਸ਼ੀ। ਧਰਤੀ ਦੀ ਸਰਦਾਰੀ ਵੀ ਬਖਸ਼ ਦਿੱਤੀ ਹੈ, ਉਸ ਦੇ ਆਰਾਮ ਲਈ ਤੈਨੂੰ ਭੋਜਨ ਤੇ ਹੋਰ ਸਮੱਗਰੀਆਂ ਵੀ ਉਸ ਮਾਲਕ ਨੇ ਦਿੱਤੀਆਂ। ਪਰ ਮਨੁੱਖ ਜਿਹੜਾ ਹੈ ਉਹ ਉਹਦੇ ਉਪਕਾਰਾਂ ਨੂੰ ਭੁਲਾ ਕੇ ਆਪਣੀ ਨਿੱਜ ਨੂੰ, ਆਪਣੀ ਸਿਆਣਪ ਨੂੰ, ਆਪਣੀ ਹਉਮੈ ਨੂੰ ਅੱਗੇ ਕਰ ਲੈਂਦਾ। ਗੁਰੂ ਪਾਤਸ਼ਾਹ ਕੇ ਬਚਨ ਕਰਦੇ, ਸਭ ਜੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ। ਦੇਖੋ, ਸਭ ਜੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਪੁਗਾਣੀ। ਗੁਰੂ ਪਾਤਸ਼ਾਹ ਦਾ ਬਚਨ ਕਿਆ ਪਿਆਰਾ ਹੈ। ਜਿਨ ਦੀਏ ਸੁਚੇਤਨ ਆਵਈ ਪਸ਼ੂ ਹੋਂ ਕਰ ਜਾਣੀ। ਹੁਣ ਇੱਥੇ ਉੱਤਮ ਨੀਚ ਦੀ ਗੱਲ ਆ ਗਈ। ਸਾਧਨ ਤਾਂ ਉਹਨੇ ਸਾਰੇ ਦਿੱਤੇ, ਹਰ ਬੰਦੇ ਨੂੰ ਦਿੱਤੇ, ਤੇ ਹਰ ਬੰਦੇ ਨੂੰ ਜਿਹੜੇ ਸਾਧਨ ਦਿੱਤੇ ਨੇ ਉਹਨਾਂ ਦੇ ਆਧਾਰ ਤੇ ਹੀ ਸਾਡਾ ਨਿਰਣਾ ਹੋਣਾ, ਉਹਦੇ ਆਧਾਰ ਤੇ ਸਾਡਾ ਫੈਸਲਾ ਹੋਣਾ। ਗੁਰੂ ਸਾਹਿਬ ਜੀ ਨੇ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਰੱਖ ਦਿੱਤੀਆਂ, ਤੇ ਗੁਰੂ ਪਾਤਸ਼ਾਹ ਜਦੋਂ ਸਾਡੇ ਸਾਹਮਣੇ ਚੀਜ਼ਾਂ ਰੱਖ ਦਿੱਤੀਆਂ, ਉਹਦਾ ਨਿਰਣਾ ਕਰਨ ਦੇ ਲਈ ਸਾਡੇ ਕੋਲ ਨਹੀਂ, ਇਹਦੀ ਨਿਰਣਾ ਕੌਣ ਕਰੇਗਾ ਕਿ ਚੰਗਾ ਕੀਤਾ ਕਿ ਮਾੜਾ ਕੀਤਾ? ਇਹ ਪਾਵਰ ਗੁਰੂ ਨੇ ਆਪਣੇ ਕੋਲ ਰੱਖੀ ਹੈ, ਇਹ ਪਾਵਰ ਸਾਨੂੰ ਨਹੀਂ ਦਿੱਤੀ। ਅਸੀਂ ਇੱਕ ਦੂਜੇ ਦਾ ਨਿਰਣਾ ਨਹੀਂ ਕਰ ਸਕਦੇ। ਸਾਡੇ ਅੰਦਰ ਕੁਝ ਹੋਰ ਹੋ ਸਕਦਾ, ਬਾਹਰੋਂ ਕੁਝ ਹੋਰ ਸਕਦਾ, ਦਿਖਾਵਾ ਕੁਝ ਹੋਰ ਸਕਦਾ, ਅਸਲੀਅਤ ਕੁਝ ਹੋਰ ਹੋ ਸਕਦੀ ਹੈ। ਉੱਤਮ ਨੀਚ ਗੁਰੂ ਨੇ ਸਾਨੂੰ ਇਹ ਜੀਵਨ ਰੂਪੀ ਜਿਹੜੇ ਪਾਣੀ ਬਖਸ਼ੇ ਨੇ, ਸਾਧਨ ਬਖਸ਼ੇ ਨੇ, ਇਹਦੀ ਵਰਤੋਂ ਸਾਨੂੰ ਉੱਤਮ ਨੀਚ ਬਣਾਉਂਦੀ ਹੈ, ਤੇ ਉਹ ਹੈ ਧਰਮ ਕਮਾਉਣ ਦੀ ਥਾਂ, ਧਰਮਸ਼ਾਲ ਹੈ। ਉੱਤਮ ਤੇ ਨੀਚ ਦਾ ਫੈਸਲਾ ਕਰੇ ਕੌਣ? ਪਿਆਰੋ, ਇਹ ਫੈਸਲਾ ਜੀਵਨ ਦੇਣ ਵਾਲੇ ਦੇ ਹੱਥ ਵਿੱਚ ਹੈ, ਇਹ ਫੈਸਲਾ ਉਸ ਸਾਧਨ ਦੇਣ ਵਾਲੇ ਦੇ ਹੱਥ ਵਿੱਚ ਹੈ। ਰੱਬ ਦਿੰਦਾ ਇੱਕ ਰਸ ਚੀਜ਼, ਕਿਸੇ ਨਾਲ ਵਾਧਾ ਘਾਟਾ ਨਹੀਂ ਕਰਦਾ। ਹਵਾ ਪਾਣੀ ਸਾਧਨ ਇੱਕੋ ਜਿਹੇ ਦਿੰਦੇ ਨੇ, ਪਰ ਕਿਸੇ ਨੇ ਵਰਤੋਂ ਕੀਤੀ, ਕਿਸੇ ਨੇ ਕੁਵਰਤੋਂ ਕੀਤੀ, ਕਿਸੇ ਨੇ ਵਰਤੋਂ ਕੀਤੀ, ਕਿਸੇ ਨੇ ਕੁਵਰਤੋਂ ਕੀਤੀ। ਇੱਕ ਨੇ ਚੰਗੀ ਤਰ੍ਹਾਂ ਵਰਤਿਆ, ਇੱਕ ਨੇ ਮਾੜੀ ਤਰ੍ਹਾਂ ਵਰਤਿਆ। ਹੁਣ ਫਿਰ ਉੱਚੇ ਨੀਵੇਂ ਦਾ ਆਧਾਰ ਕੀ ਹੈ? ਨਿਰਣੇ ਦਾ ਆਧਾਰ ਕੀ? ਉਹ ਮਨੁੱਖ ਦੇ ਕਰਮ ਹਨ। ਕਰਮੀ ਕਰਮੀ ਹੋਏ ਵਿਚਾਰ ਹੈ, ਉਹ ਮਨੁੱਖ ਦੇ ਕਰਮ ਨੇ। ਐਵੇਂ ਨਹੀਂ, ਗੁਰੂ ਨੇ ਧਰਮ ਧਰਤੀ ਦਿੱਤਾ ਹੈ, ਤੇ ਮੈਂ ਇੱਕ ਬੇਨਤੀ ਕਰਾਂ, ਗੁਰੂ ਨੇ ਧਰਮ ਦੀ ਤੁਲਨਾ ਧਰਤੀ ਨਾਲ ਵੀ ਕੀਤੀ, ਸ਼ੀਸ਼ੇ ਨਾਲ ਵੀ ਕੀਤੀ ਹੈ। ਸ਼ੀਸ਼ਾ ਕੀ ਹੈ? ਸੱਚ ਬੋਲਦਾ ਹੈ, ਧਰਮ ਸੱਚ ਬੋਲਦਾ ਹੈ, ਧਰਮ ਝੂਠ ਨਹੀਂ ਹੁੰਦਾ। ਧਰਮ ਕੀ ਹੈ? ਸੱਚ। ਸ਼ੀਸ਼ੇ ਦੇ ਸਾਹਮਣੇ ਕੋਈ ਜਾ ਕੇ ਖੜਾ ਹੋ ਜਾਏ ਤੇ ਹੱਥ ਵਿੱਚ ਉਹਦੇ ਫੁੱਲਾਂ ਦੀ ਮਾਲਾ ਲੈ ਕੇ ਚਲਾ ਜਾਏ, ਲੈ ਤੇ ਆਖੇ ਵੀ ਸ਼ੀਸ਼ੇ, ਮੈਂ ਫੁੱਲਾਂ ਦੀ ਮਾਲਾ ਲੈ ਕੇ ਆਇਆ, ਤੇ ਮੇਰੇ ਦਾਗ ਨਾ ਕਿਸੇ ਨੂੰ ਦੱਸੀ, ਮੇਰੇ ਦਾਗ ਮੈਨੂੰ ਨਾ ਦਿਖਾਈ, ਤੇ ਮੈਂ ਤੈਨੂੰ ਮਾਲਾ ਪਾ ਦਿਆਂਗਾ। ਕਦੀ ਸ਼ੀਸ਼ਾ ਮੰਨੇਗਾ ਗੱਲ? ਉਹ ਕਹਿੰਦਾ, ਭਲਿਆ ਜੋ ਤੇਰੇ ਮੂੰਹ ਦਾ ਤੇ ਚਿਹਰਾ, ਮੈਂ ਸੱਚ ਬੋਲ ਕੇ ਤੈਨੂੰ ਦੱਸਾਂਗਾ। ਤੇ ਕੋਈ ਚੰਗਾ ਮਨੁੱਖ ਚੱਲ ਜਾਏ ਤੇ ਉਹ ਇੱਟ ਲੈ ਕੇ ਚੱਲ ਜਾਏ, ਪੱਥਰ ਲੈ ਕੇ ਚੱਲ ਜਾਏ, ਉਹ ਜਾ ਕੇ ਕਹੇ ਮੇਰੇ ਦਾਗ ਨਾ ਦੱਸੀ ਤੇ ਮੈਂ ਤੈਨੂੰ ਤੋੜ ਦਿਆਂਗਾ। ਉਹ ਕਹਿੰਦਾ, ਤੋੜ ਦੇ। ਧਰਮ ਕਦੀ ਝੂਠ ਨਹੀਂ ਬੋਲਦਾ, ਧਰਤੀ ਕਦੀ ਝੂਠ ਨਹੀਂ ਬੋਲਦੀ। ਧਰਤੀ ਸੱਚ, ਧਰਤੀ ਵਿੱਚ ਜਿਹੜਾ ਬੀਜ ਬੀਜ ਦਿੱਤਾ, ਉਹਨੇ ਆਪਣਾ ਸੀਨਾ ਪਾੜ ਕੇ ਦੱਸ ਦੇਣਾ ਇਹਦੇ ਚ ਬੀਜ ਕਿਹੜਾ ਬੀਜਿਆ। 2 ਦਿਨ 4 ਦਿਨ ਝੂਠ ਬੋਲ ਸਕਦਾ ਬੰਦਾ ਵੀ ਮੈਂ ਇਸ ਧਰਤੀ ਵਿੱਚ ਕਿਹੜਾ ਬੀਜ ਬੀਜਿਆ। ਜੇ ਕਣਕ ਬੀਜੀ ਹੈ, ਧਰਤੀ ਦਾ ਜਦੋਂ ਸੀਨਾ ਪੱਟਣਾ, ਉਹ ਬੀਜ 7 ਦਿਨਾਂ ਬਾਅਦ ਉੱਗ ਕੇ ਬਾਹਰ ਆਉਣਾ, ਤੇ ਉਹਨੇ ਦੱਸ ਦੇਣਾ ਇਹ ਕਣਕ ਬੀਜੀ ਹੈ। ਜਿੰਨਾ ਮਰਜ਼ੀ ਲੁਕੋ ਲਓ, ਜਿੰਨਾ ਮਰਜ਼ੀ ਝੂਠ ਬੋਲ ਲਓ। ਤਾਂ ਇਹ ਸਾਡੇ ਜਿਹੜੇ ਬਣੇ ਹੋਏ ਬੀਜ ਨੇ, ਬੀਜੇ ਹੋਏ ਬੀਜ ਨੇ, ਇਹ ਨਿਰਣਾ ਕਰਦੇ ਨੇ। ਹਰ ਦਿਨ ਨਵਾਂ ਰਾਤ ਚੜ੍ਹਦਾ ਹੈ, ਨਵੀਂ ਰਾਤ ਪੈਂਦੀ ਹੈ। ਰਾਤਾਂ ਰੁੱਤਾਂ ਮੇਰੇ ਮਾਲਕ ਨੇ ਮਨੁੱਖੀ ਜੀਵਨ ਦਾ ਇੱਕ ਹਿੱਸਾ ਬਣਾ ਕੇ ਭੇਜੀਆਂ। ਇਹਨਾਂ ਦੀ ਸੁਚੱਜੀ ਵਰਤੋਂ ਹੀ ਅਸਲ ਵਿੱਚ ਮਨੁੱਖ ਦੇ ਜੀਵਨ ਨੂੰ ਸ਼ਿੰਗਾਰਦੀ ਹੈ। ਗੁਰੂ ਮਹਾਰਾਜ ਕਹਿੰਦੇ ਨੇ, ਤੇ ਨਿਆਂ ਜਿਹੜੀ ਮੋਹਰ ਕਿਹੜੀ ਲੱਗਣੀ ਹੈ, ਉਹ ਜਦੋਂ ਮੋਹਰ ਲੱਗ ਕੇ ਜਦੋਂ ਚਲੇ ਜਾਣਾ ਨਾ, ਉਹ ਗੱਲਾਂ ਨਹੀਂ ਹੈਗੀਆਂ ਵੀ ਇੱਥੇ ਕਰਮ ਕੀ ਹੈ, ਕਿਹਨੇ ਦੇਖਿਆ, ਅੱਗਾ ਕਿਹਨੇ ਦੇਖਿਆ। ਗੁਰੂ ਸਾਹਿਬ ਜੀ ਕਹਿੰਦੇ, 2 ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਆ ਵਾਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਫਿਰ ਅੱਗੇ ਕਹਿੰਦੇ, ਧਰਮ ਦਲਾਲ
ਪਾਏ ਨਿਸ਼ਾਨ, ਉੱਥੇ ਮੋਹਰ ਲਾਉਂਦਾ ਆਪਣੀ। ਤੇ ਜਦੋਂ ਮੋਹਰ ਲੱਗ ਗਈ ਨਾ ਧਰਮ ਦੀ, ਫਿਰ ਕਿਸੇ ਨੇ ਨਹੀਂ ਉਹਨੂੰ ਪਲਟਣਾ, ਉਹਦਾ ਫੈਸਲਾ ਨਹੀਂ ਬਦਲਿਆ ਜਾਣਾ। ਧਰਮ ਦੀ ਮੋਹਰ ਦੇ ਨਾਲ ਫੈਸਲਾ ਨਹੀਂ ਬਦਲਿਆ ਜਾਣਾ। ਗੁਰੂ ਸਾਹਿਬ ਹੁਣ ਕਰਮੀ ਹੋਏ ਵਿਚਾਰ ਦੀ ਜਿਹੜੀ ਗੱਲ ਕੀਤੀ ਹੈ ਨਾ, ਨਾਨਕ ਉੱਤਮ ਨੀਚ ਨਾ ਕੋਈ ਦਾ, ਇਹ ਵਿਆਖਿਆ ਹੈ ਸਾਰੀ ਅੱਗੇ, ਕਿ ਅਸੀਂ ਭੁਲੇਖਾ ਨਾ ਕਿਤੇ ਖਾ ਜਾਈਏ। ਉੱਥੇ ਕਹਿੰਦੇ ਨੇ ਧਰਮ ਦਾ ਲਾਲ ਪਾਏ ਨਿਸ਼ਾਨ, ਨਿਸ਼ਾਨ ਦਾ ਅਰਥ ਹੈ ਮੋਹਰ। ਧਰਮ ਆਪਣੀ ਮੋਹਰ ਛਾਪ ਲਾਉਂਦਾ ਉਹਦੇ ਉੱਤੇ, ਜੀਵਨ ਦੇ ਉੱਤੇ। ਨਾਨਕ ਨਾਮ ਲਹਾ ਪ੍ਰਵਾਨ, ਲੋ ਹੁਣ ਜਿਹਨੇ ਇਹ ਕਮਾਇਆ ਸੀ ਉਹਨੂੰ ਉਹ ਪ੍ਰਵਾਨ ਹੋਇਆ, ਦੂਜਾ ਨਹੀਂ ਪ੍ਰਵਾਨ ਹੋਇਆ, ਉਹ ਤਾਂ ਜੀਵਨ ਦੀ ਬਾਜੀ ਆ ਗਿਆ। ਤੇ ਜਿਹਨੇ ਕਮਾਇਆ ਉਹਨੂੰ ਗੁਰੂ ਸਾਹਿਬ ਕਹਿੰਦੇ ਘਰ ਆਏ ਵਜੀ ਵਧਾਈ। ਵਾਹ, ਕਹਿੰਦੇ ਫਿਰ ਜਦੋਂ ਘਰ ਆਏ ਵਜੀ ਵਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਉਹਨੂੰ ਮਿਲੀ ਸੱਚ ਦੀ ਸੋਭਾ, ਉਹਨੇ ਕਮਾਇਆ ਧਰਮ, ਉਹਨੂੰ ਮਿਲੀ ਇਹਦੀ ਖਲ। ਤੇ ਦੂਜੇ ਪਾਸੇ ਨਾਲ ਹੀ ਅਗਲਾ ਸ਼ਲੋਕ ਗੁਰੂ ਪਾਤਸ਼ਾਹ ਨੇ ਸੂਹੀ ਰਾਗ ਦਾ ਬਚਨ ਹੈ, ਨਾਲ ਹੀ ਗੁਰੂ ਨਾਨਕ ਸਾਹਿਬ ਨੇ ਅੱਗੇ ਲਿਖ ਦਿੱਤਾ, ਰਾਤੀ ਹੋਣ ਕਾਲੀਆਂ ਸੁਪੇਦਾ ਸੇਵਨ, ਦੇਹ ਬੱਗਾ ਤਪੈ ਘਣਾ, ਕਾਲਿਆਂ ਕਾਲੇ ਬਨ। ਜਿੰਨਾ ਮਰਜੀ ਹੁਣ ਕਹਿੰਦੇ ਰਾਤੀ ਕਾਲੀਆਂ ਹੋਣ ਤੇ ਚਿੱਟਾ ਰੰਗ ਕਦੀ ਕਾਲਾ ਨਹੀਂ ਜੇ ਹੁੰਦਾ। ਬੰਦਾ ਗੁਣ ਹਨ ਤਾਂ ਉਹਨਾਂ ਨੂੰ ਕੋਈ ਛੁਪਾ ਨਹੀਂ ਸਕਦਾ। ਰੱਬ ਦੇ ਘਰ 'ਚ ਇਹ ਨਿਆਂ ਹੈ। ਤੇ ਜੇ ਦੇ ਚਿੱਟਾ ਦਿਨ ਚੜਿਆ ਹੋਵੇ, ਸੂਰਜ ਦੀ ਰੋਸ਼ਨੀ ਚੜੀ ਹੋਵੇ, ਤੇ ਕਾਲਾ ਰੰਗ ਕਦੀ ਚਿੱਟਾ ਨਹੀਂ ਜੇ ਹੋਣਾ। ਕੀਤੇ ਹੋਏ ਗੁਨਾਹ ਕਦੀ ਗੁਨਾਹ ਵਿੱਚ ਨਹੀਂ ਜੇ ਬਦਲਨੇ, ਕੀਤੇ ਹੋਏ ਗੁਨਾਹ ਕਦੀ ਗੁਨਾਹ ਵਿੱਚ ਨਹੀਂ ਬਦਲਨੇ। ਇਹ ਤਾਂ ਜੇ ਜਿਹੜਾ ਬੀਜ ਦਿੱਤਾ ਇਸ ਧਰਤੀ ਤੇ, ਗੁਰੂ ਸਾਹਿਬ ਕਹਿੰਦੇ ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ, ਕਵੇ ਨਾ ਪਾਵੇ ਮਾਨ। ਮੇਰੇ ਪ੍ਰੀਤਮ ਦੇ ਦੇਸ਼ ਵਿੱਚ ਇਹ ਕਦੇ ਮਾਨ ਨਹੀਂ ਜੇ ਪਾਉਂਦੇ। ਇਸ ਕਰਕੇ ਇਹ ਕਰਮ ਧਰਤੀ ਸਰੀਰ, ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਕੋ ਖਾਏ, ਗੱਲਾਂ ਉੱਪਰ ਤਪਾਵਸ ਨਾ ਹੋਈ, ਇਸ ਵਿਸ ਖਾਦੀ ਤਤਕਾਲ ਮਰ ਜਾਏ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਗੌੜੀ ਰਾਗ ਦਾ। ਕਹਿੰਦੇ ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ, ਜਨ ਨਾਨਕ ਕੋ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਲੋ ਹੁਣ ਮੇਰੇ ਮਾਲਕ ਦੇ ਘਰ ਦੀਆਂ ਗੱਲਾਂ ਗੁਰੂ ਰਾਮਦਾਸ ਮਹਾਰਾਜ ਸੁਣਾਉਂਦੇ ਨੇ ਵੀ ਦੇਖੋ ਗੁਰੂ ਸਾਹਿਬ ਕਿ ਕਿਹੜੀਆਂ ਗੱਲਾਂ ਸੁਣਾਉਂਦੇ ਨੇ। ਕਹਿੰਦੇ ਕਰਮ ਧਰਤੀ ਸਰੀਰ, ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਕੋ ਖਾਏ, ਗੱਲਾਂ ਉੱਪਰ, ਗੱਲਾਂ ਨਾਲ ਨਹੀਂ ਗੱਲਾਂ ਐਵੇਂ ਗੱਲਾਂ ਕਰੀ ਜਾਓ ਇੱਥੇ, ਇਹ ਤਾਂ ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਦੀ ਜਦੋਂ ਆ ਗਈ ਗੱਲ ਤੇ ਕਿੱਥੋਂ ਕਹਾਣੀ ਬਣੇਗੀ। ਗੱਲਾਂ ਉੱਪਰ ਤਵਾਵਸ ਨਾ ਹੋਵੇ, ਵਿਸ ਖਾਦੀ ਤਤਕਾਲ ਮਰ ਜਾਏ, ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ, ਜਨ ਨਾਨਕ ਕੋ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਮੇਰੇ ਪ੍ਰੀਤਮ ਦੇ ਘਰ ਦੀਆਂ ਗੱਲਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਇਹ ਸੁਣਾਉਂਦੇ ਨੇ। ਉੱਥੇ ਨਿਆਂ ਨਹੀਂ, ਕਿਉਂਕਿ ਸੱਚ ਸਾਹਿਬ ਸੱਚ ਨਿਆਉ ਹੈ। ਉੱਥੇ ਸੱਚੇ ਹੀ ਸੱਚ ਨਿਬੜੇ ਹੈ, ਚੁਣ ਵੱਖ ਕੱਢੇ ਜਜਮਾਲਿਆ ਹੈ। ਉੱਥੇ ਧਰਮ ਨਿਸ਼ਾਨ ਪੈਂਦਾ ਹੈ, ਧਰਮ ਦੀ ਮੋਹਰ ਲੱਗਦੀ ਹੈ, ਧਰਮ ਦੀ ਰਾਹਦਾਰੀ ਪੈਂਦੀ ਹੈ। ਨਾਨਕ ਉੱਤਮ ਨੀਚ ਨਾ ਕੋਈ ਦੀ ਕਹਾਣੀ ਇਹ ਨਹੀਂ ਵੀ ਕੋਈ ਉੱਤਮ ਨੀਚ ਨਹੀਂ ਜੀ, ਅਸੀਂ ਇਹ ਨਹੀਂ ਕਰਨਾ। ਉੱਥੇ ਇਹ ਰਾਹਦਾਰੀ ਮਿਲਦੀ ਹੈ। ਜਿਹੜਾ ਲੈ ਕੇ ਜਾਂਦਾ ਗੁਰੂ ਸਾਹਿਬ ਕਹਿੰਦੇ ਨੇ ਇਹ ਧਰਮ ਖੰਡ, ਇਹੋ ਹੀ ਤੱਕ ਇਹੋ ਹੀ ਹੈਗਾ ਧਰਮ। ਮੈਂ ਤੁਹਾਨੂੰ ਦੱਸ ਰਿਹਾ ਵੀ ਧਰਮ ਖੰਡ ਦੀਆਂ ਇਹ ਬਾਲਾਂ ਨੇ ਸਾਰੀਆਂ। ਅੱਗੋਂ ਸਾਰੀ ਫਿਰ ਪੌੜੀਆਂ ਦੀਆਂ ਜਿਹੜੀਆਂ ਇਸ ਤਰ੍ਹਾਂ ਆਪਾਂ ਪੌੜੀਆਂ, ਕਿਹੜੀਆਂ ਪੌੜੀਆਂ ਚੜ੍ਹਨੀਆਂ ਗੁਰੂ ਪਾਤਸ਼ਾਹ ਜੀ ਨੇ ਅਗਲੀਆਂ ਸਾਡੇ ਸਾਹਮਣੇ ਰੱਖ ਦਿੱਤੀਆਂ। ਤਾਂ ਕਿਆ ਕਮਾਲ ਦੀ ਇੱਕ ਲੜੀ ਹੈ ਜਪ ਬਾਣੀ ਦੀ, ਜਿਹੜੀ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਸਾਂਝੀ ਕੀਤੀ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ, ਸਾਨੂੰ ਕਿਤੇ ਥੋੜੀ ਬਹੁਤੀ ਸਮਝ ਆ ਜਾਏ, ਅਸੀਂ ਇਹਦਾ ਆਨੰਦ ਮਾਣ ਸਕੀਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।